ਹੈਲੋ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ YouTube ਚੈਨਲ ਸਿਮਰਨ ਐਡੂਕੌਮ ਦੇ ਉੱਪਰ। ਤਾਂ ਜਿਵੇਂ ਕਿ ਤੁਹਾਡਾ ਪੀਟੈਟ 2023 ਜਿਹੜਾ ਉਹ ਹੋਣ ਜਾ ਰਿਹਾ 12 ਮਾਰਚ ਨੂੰ, ਔਰ ਉਮੀਦ ਕਰ ਲਾਂਗੇ ਜਿਹੜੀ ਤੁਹਾਡੀ ਤਿਆਰੀ ਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੋਊਗੀ। ਹੁਣ ਪੇਪਰ ਜਿਹੜਾ ਬਿਲਕੁਲ ਨਜ਼ਦੀਕ ਆ ਗਿਆ, ਜਸਟ 2 ਡੇਜ਼ ਆਰ ਲੈਫਟ। ਸੈਚਰਡੇ ਅਤੇ ਤੁਹਾਡੇ ਫਰਾਈਡੇ ਕੱਲ੍ਹ ਦਾ ਅਤੇ ਪਰਸੋਂ ਦੇਣਾ ਹੈ, ਔਰ ਐਤਵਾਰ ਨੂੰ ਤੁਹਾਡਾ ਪੇਪਰ ਹੀ ਹੈ। ਤਾਂ ਅੱਜ ਇੱਕ ਹੋਰ ਪੇਪਰ ਜਿਹੜਾ ਸਾਇੰਸ ਦਾ ਪੀਟੈਟ 2013 ਦੇ ਵਿੱਚ ਹੋਇਆ ਸੀ ਪ੍ਰੀਵੀਅਸ ਈਅਰ, ਉਹਦਾ ਜਿਹੜੀ ਡਿਸਕਸ਼ਨ ਆ ਉਹ ਹੱਲ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਇਆ ਸੀ। ਇਹ ਜੂਨ ਵਾਲਾ ਪੇਪਰ ਨਹੀਂ ਗਾ, ਇਹ ਬਾਈ ਮਿਸਟੇਕ ਹੈ, ਇਹ ਦਸੰਬਰ ਵਾਲਾ ਪੇਪਰ ਹੋਇਆ, ਦਸੰਬਰ 2013 ਦੇ ਵਿੱਚ। ਇਸ ਤੋਂ ਪਹਿਲਾਂ ਵਾਲੇ ਪੇਪਰ ਵੀ ਜਿੰਨੇ ਹੈਗੇ ਆ ਸਾਇੰਸ ਦੇ ਲਗਭਗ ਇੱਕ ਅੱਧਾ ਪੇਪਰ ਛੱਡ ਕੇ ਸਾਰੇ ਪੇਪਰ ਸੋਲਵ ਕਰਕੇ ਜਿਹੜੇ ਇਸ ਚੈਨਲ ਦੇ ਉੱਪਰ ਪਲੇਲਿਸਟ ਦੇ ਵਿੱਚ ਪਾਏ ਆ, ਤੁਸੀਂ ਸਾਰੇ ਉੱਥੋਂ ਦੇਖ ਸਕਦੇ ਹੋ। ਔਰ ਜੇ ਕੋਈ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ, ਪੇਪਰ ਨੂੰ ਪਹਿਲੀ ਵਾਰ ਸੋਲਵ ਕਰ ਰਿਹਾ, ਤਾਂ ਪਲੀਜ਼ ਉਸ ਚੈਨਲ ਨੂੰ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਔਰ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਜੇ ਸਬਸਕ੍ਰਾਈਬ ਕਰੋਗੇ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜੇ ਪਲੇਲਿਸਟ ਦੇ ਵਿੱਚ ਅਵੇਲੇਬਲ ਬਾਕੀ ਜਿਹੜੇ ਪੇਪਰ ਹੈ ਮੈਥ ਸਾਇੰਸ ਦੇ ਪੈਡਾਗੋਗੀ ਦੇ ਸਾਰੇ ਪੇਪਰ ਤੁਹਾਨੂੰ ਉੱਥੇ ਸੋਲਵ ਕੀਤੇ ਹੋਏ ਮਿਲ ਜਾਣਗੇ, ਜਿੱਥੋਂ ਤੁਸੀਂ ਇਹਦਾ ਬੈਨੀਫਿਟ ਲੈ ਸਕਦੇ ਹੋ ਔਰ ਆਪਣੀ ਟੈਟ ਦੀ ਤਿਆਰੀ ਨੂੰ ਹੋਰ ਵਧੀਆ ਨਿਖਾਰ ਸਕਦੇ ਹੋ। ਤਾਂ ਚਲੋ ਅੱਜ ਦੀ ਡਿਸਕਸ਼ਨ ਸ਼ੁਰੂ ਕਰਦੇ ਹਾਂ ਪਹਿਲੇ ਕੁਐਸਚਨ ਤੋਂ। ਸਾਇੰਸ ਦਾ ਜਿਹੜਾ ਆਪਣੇ ਕੋਲ ਪਾਰਟ ਸੀ, ਸਭ ਤੋਂ ਪਹਿਲਾਂ ਆਪਣਾ ਫਸਟ ਕੁਐਸਚਨ ਹੈ, ਦਾ ਰੂਟਸ ਆਫ ਦਾ ਵਿਚ ਪਲਾਂਟ ਇਜ਼ ਕਰੈਕਟਰਿਸਟਿਕਸ ਆਫ ਦਾ ਮੋਨੋਕੋਟ ਪਲਾਂਟਸ। ਤਾਂ ਇਹਦਾ ਪਹਿਲਾ ਪੋਰਸ਼ਨ ਜਿਵੇਂ ਆਪਾਂ ਪਹਿਲਾਂ ਵੀ ਕੀਤਾ ਹੋਇਆ ਨਾ ਕਿ ਫਿਜ਼ਿਕਸ, ਕੈਮਿਸਟਰੀ, ਮੈਥ ਔਰ 2013 ਤੱਕ ਤੋਂ ਲੈ ਕੇ 2011 ਤੋਂ ਲੈ ਕੇ 2016 ਤੱਕ ਜਿੰਨੇ ਪੇਪਰ ਆਉਂਦੇ ਸੀਗੇ ਉਹ ਇਹਨਾਂ ਦੇ ਵਿੱਚ ਥੋੜ੍ਹੇ ਡੀਪਲੀ ਨੌਲੇਜ ਦੇ ਪੁੱਛੇ ਜਾਂਦੇ ਸੀਗੇ। ਤਾਂ ਉਵੇਂ ਇਹ ਪਹਿਲਾ ਪੇਪਰ ਆਪਣੇ ਕੋਲ ਪਹਿਲਾ ਕੁਐਸਚਨ ਆਪਣੇ ਕੋਲ ਹੈਗਾ ਬਾਇਓ ਦਾ ਕੁਐਸਚਨ ਹੈ। ਕਹਿੰਦਾ ਕਿ ਜਿਹੜਾ ਪਲਾਂਟ ਆ ਜਿਸ ਪਲਾਂਟ ਦੇ ਸੀਡ ਜਿਹੜੇ ਮੋਨੋਕੋਟ ਹੁੰਦੇ ਆ, ਉਹਦੀਆਂ ਜੜ੍ਹਾਂ ਦੀ ਕੀ ਵਿਸ਼ੇਸ਼ਤਾ ਹੁੰਦੀ ਹੈ, ਉਹਨਾਂ ਜੜ੍ਹਾਂ ਦੀ ਆਪਾਂ ਇਹਨਾਂ ਦੇ ਵਿੱਚੋਂ ਕਿਹੜਾ ਦੱਸਦਾ ਆ, ਕਿਹੜਾ ਪੌਦਾ ਉਹਦੀ ਜੜ੍ਹਾਂ ਦੀ ਵਿਸ਼ੇਸ਼ਤਾ ਦੱਸੂਗਾ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿਹੜਾ ਮੋਨੋਕੋਟ ਪਲਾਂਟਸ ਹੁੰਦਾ ਆ। ਮੋਨੋਕੋਟ ਪਲਾਂਟਸ ਕੀ ਹੁੰਦਾ, ਜਿਹਦੇ ਸੀਡ ਦੇ ਵਿੱਚ ਇੱਕ ਕੋਟਲੀਡੋਨ ਹੁੰਦਾ ਹੈ ਨਾ। ਆਪਾਂ ਨੂੰ ਇਹ ਪਤਾ, ਜਦੋਂ ਆਪਾਂ ਸਟਰਕਚਰ ਆਫ ਸੀਡ ਪੜ੍ਹਦੇ ਹਾਂ, ਜਰਮੀਨੇਸ਼ਨ ਦਾ ਪ੍ਰੋਸੈਸ ਪੜ੍ਹਦੇ ਹਾਂ ਕਿ ਕਿਵੇਂ ਬੀਜ ਪੁੰਗਰਦਾ ਹੈ। ਛੋਟੀਆਂ ਕਲਾਸਾਂ ਦੇ ਵਿੱਚ ਤੁਸੀਂ 6ਵੀਂ 7ਵੀਂ ਕਲਾਸ ਦੇ ਵਿੱਚ ਵੀ ਦੇਖੋਗੇ ਤਾਂ ਤੁਹਾਨੂੰ ਉੱਥੇ ਮਿਲ ਜਾਂਦਾ ਉਹਦੀ ਸਾਇੰਸ ਦੇ ਬੁੱਕ ਦੇ ਵਿੱਚ ਜਰਮੀਨੇਸ਼ਨ ਆਫ ਸੀਡਸ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਸੀਡਸ ਦੇ ਵਿੱਚ ਜਿਹਦੇ ਵਿੱਚ ਸਿੰਗਲ ਕੋਟਲੀਡੋਨ ਹੋਵੇ। ਕੋਟਲੀਡੋਨ ਕੀ ਹੁੰਦਾ, ਇਹ ਐਜ਼ ਏ ਸਟੋਰ ਆਫ ਫੂਡ। ਇੱਕ ਅੰਬਰਾਏ ਵਰਡ ਤੁਸੀਂ ਸੁਣਿਆ ਹੋ, ਅੰਬਰਾਏ ਹੁੰਦਾ। ਅੰਬਰਾਏ ਕੀ ਹੁੰਦਾ ਕਿ ਜਿਹੜੀ ਅਰਲੀ ਸਟੇਜ ਹੁੰਦੀ ਹੈ ਉਹਦੀ ਪਲਾਂਟ ਦੀ, ਜਿਹੜਾ ਜਦੋਂ ਪੁੰਗਰਦਾ ਆ ਹੈ ਨਾ, ਉਹਦੀ ਡਿਵੈਲਪਮੈਂਟ ਦੀ ਸਟੇਜ ਅਰਲੀ ਹੁੰਦੀ, ਉਹਨੂੰ ਅੰਬਰਾਏ ਮਿਲਦੇ। ਔਰ ਅੰਬਰਾਏ ਨੂੰ ਜਦੋਂ ਆਪਾਂ ਫੂਡ ਚਾਹੀਦਾ ਹੁੰਦਾ ਉਹ ਕਿੱਥੋਂ ਲੈਂਦਾ, ਕੋਟਲੀਡੋਨ ਤੋਂ। ਔਰ ਜਿਹੜਾ ਕੋਟਲੀਡੋਨ ਹੁੰਦਾ ਇਹ ਕਈਆਂ ਸੀਡਸ ਦੇ ਵਿੱਚ ਸਿੰਗਲ ਹੁੰਦਾ, ਕਈਆਂ ਦੇ ਵਿੱਚ ਡਬਲ ਹੁੰਦਾ। ਤਾਂ ਆਪਾਂ ਕੀ ਬੋਲਾਂਗੇ, ਜਿਹਦਾ 1 ਕੋਟਲੀਡੋਨ ਮੋਨੋਕੋਟ ਔਰ 2 ਵਾਲਾ ਡਬਲ ਕੋਟ ਆਪਣੇ ਕੋਲ ਡਾਈਕੋਟ ਹੁੰਦਾ ਹੈ। 2 ਕੋਟਲੀਡੋਨ ਵਾਲੇ ਨੂੰ ਆਪਾਂ ਡਾਈਕੋਟ ਬੋਲਦੇ ਹਾਂ। ਹੁਣ ਜਿਹੜਾ ਇਹਨੇ ਕੁਐਸਚਨ ਪੁੱਛਿਆ ਉਹਦੇ ਵਿੱਚ ਇਹ ਪੁੱਛਿਆ ਵੀ ਇਹਨਾਂ ਦੇ ਵਿੱਚ ਕਿਹਦੀ ਕਰੈਕਟਰਿਸਟਿਕਸ ਆ। ਤਾਂ ਜਿਹੜਾ ਵੀ ਮੋਨੋਕੋਟ ਵਾਲਾ ਪਲਾਂਟਸ ਹੁੰਦਾ, ਸੀਡ ਵਾਲਾ ਪਲਾਂਟ ਹੁੰਦਾ, ਜਿਹੜੀ ਉਹਦੀ ਰੂਟ ਹੁੰਦੀ, ਜਿਹੜੀ ਉਹ ਜੜ ਹੁੰਦੀ ਹੈ, ਉਹ ਇੱਕ ਫਾਈਬਰ ਟਾਈਪ ਹੁੰਦੀ ਹੈ। ਔਰ ਫਾਈਬਰ ਟਾਈਪ ਹੁੰਦੀ ਹੈ ਔਰ ਉਹਦੇ ਸਟੈਮ ਦੇ ਵਿੱਚੋਂ ਨਿਕਲਦੀ ਹੈ ਔਰ ਧਰਤੀ ਦੀ ਉੱਪਰਲੀ ਸਤ੍ਹਾ ਦੇ ਵਿੱਚ ਜ਼ਿਆਦਾ ਫੈਲ ਰਹੀ ਹੁੰਦੀ ਹੈ। ਠੀਕ ਹੈ, ਇਹ ਉਹਦੀਆਂ ਕਰੈਕਟਰਿਸਟਿਕਸ ਨੇ। ਤਾਂ ਦੇਖੋ ਕਿ ਇਹਨਾਂ ਦੇ ਵਿੱਚ ਕਿਹਦੀ ਕਰੈਕਟਰਿਸਟਿਕਸ ਇਹੋ ਜਿਹੀ ਹੁੰਦੀ, ਨੀਮ, ਮੈਂਗੋ, ਪੀ, ਨਿੰਮ ਦੀ, ਅੰਬ ਦੇ ਦਰਖਤ ਦੀ, ਜਾਂ ਆਪਾਂ ਕਹਾਂਗੇ ਕਿ ਮਟਰ ਦੇ ਪਲਾਂਟ ਦੀ ਹੁੰਦੀ, ਜਾਂ ਗਰਾਸ ਦੀ। ਤਾਂ ਜਿਵੇਂ ਕਰੈਕਟਰਿਸਟਿਕ ਤੁਹਾਨੂੰ ਮੈਂ ਦੱਸੀ ਹੈ ਕਿ ਕੀ ਹੁੰਦੀ ਆ ਉਹ ਕਿ ਫਾਈਬਰਸ ਹੁੰਦੀ ਹੈ, ਜਿਵੇਂ ਆਪਣੇ ਕੋਲ ਤਾਰਾਂ ਹੁੰਦੀਆਂ ਪਤਲੀਆਂ ਪਤਲੀਆਂ ਔਰ ਸਟੈਮ ਦੇ ਵਿੱਚੋਂ ਨਿਕਲਦੀ ਹੁੰਦੀ ਆ। ਤਾਂ ਗਰਾਸ ਬਹੁਤ ਸੋਹਣੀ ਐਗਜ਼ਾਮਪਲ ਆ ਉਸ ਪਲਾਂਟ ਦੀ। ਠੀਕ ਹੈ, ਤਾਂ ਤੁਹਾਡੇ ਕੋਲ ਕਿਹੜੀ ਐਗਜ਼ਾਮਪਲ ਆਨਸਰ ਆ ਜਾਏਗਾ, 121 ਦਾ ਗਰਾਸ। ਨੈਕਸਟ ਕੁਐਸਚਨ ਆਪਣੇ ਕੋਲ ਹੈਗਾ 122 ਕੀ ਹੈ, 122 ਕੁਐਸਚਨ ਹੈ, ਦਾ ਨਰਵਸ ਟੇਕਿੰਗ ਦਾ ਮੈਸੇਜ ਫਰੋਮ ਬ੍ਰੇਨ ਟੂ ਦਾ ਬੋਡੀ, ਪਾਰਟਸ ਲਾਈਕ ਮਸਲਸ ਆਰ ਕਾਲਡ। ਜਿਹੜੀ ਨਰਵਸ ਆਪਣੇ ਕੋਲ ਕੀ ਹੈ ਕਿ ਬ੍ਰੇਨ ਤੋਂ ਬੋਡੀ ਤੱਕ ਮੈਸੇਜ ਲੈ ਕੇ ਜਾਂਦੀ, ਉਹਨੂੰ ਆਪਾਂ ਕੀ ਬੋਲਦੇ ਹਾਂ ਹੈ ਨਾ। ਤਾਂ ਆਪਾਂ ਨੂੰ ਪਤਾ ਕਿ ਜਿਹੜੀ ਨਰਵਸ ਲੈ ਕੇ ਜਾਂਦੀ ਉਹਨੂੰ ਆਪਾਂ ਨਰਵ ਫਾਈਬਰ ਹੁੰਦੀ ਹੈ, ਉਹਨੂੰ ਬੋਲਦੇ ਮੋਟਰ ਨਿਊਰੋਨ ਹੁੰਦਾ। ਔਰ ਮੋਟਰ ਨਿਊਰੋਨਸ ਦੇ ਵਿੱਚ ਉਹਦਾ ਦੂਜਾ ਨਾਮ ਹੁੰਦਾ ਐਫਰੈਂਟ ਨਰਵਸ ਵੀ ਹੁੰਦਾ ਹੈ। ਤਾਂ ਸੀ ਆਪਸ਼ਨ ਆਏਗੀ 122 ਦੀ। ਇਹ ਅਸਲ ਦੇ ਵਿੱਚ ਇਹਨੂੰ ਆਪਾਂ ਮੋਟਰ, ਜੇ ਤੁਸੀਂ ਕਿਤੇ ਬੁੱਕ ਦੇ ਵਿੱਚੋਂ ਦੇਖੋਗੇ ਜ਼ਿਆਦਾਤਰ ਵਰਡ ਮੋਟਰ ਅਤੇ ਨਿਊਰੋਨ ਬੋਲਦੇ ਆ। ਠੀਕ ਹੈ, ਔਰ ਇਹਦਾ ਦੂਸਰਾ ਨਾਮ ਹੁੰਦਾ ਆ ਐਫਰੈਂਟ ਨਰਵਸ। ਠੀਕ ਹੈ, ਕਲੀਅਰ। ਨੈਕਸਟ ਕੁਐਸਚਨ ਆਪਣੇ ਕੋਲ ਕੀ 123 ਹੈ, ਕਹਿੰਦਾ ਇਫ ਸੀਡਲਿੰਗ ਇਜ਼ ਪਲੇਸਡ ਆਰਟੀਫਿਸ਼ਲੀ ਵਿਦ ਇਟਸ ਰੈਡੀਕਲ ਪੁਆਇੰਟਿੰਗ ਅਪਵਰਡ ਦੈਨ। ਕਹਿੰਦਾ ਕਿ ਜਦੋਂ ਜਰਮੀਨੇਸ਼ਨ ਆਫ ਸੀਡ ਦੀ ਜਰਮੀਨੇਸ਼ਨ ਹੁੰਦੀ ਹੈ ਤਾਂ ਜਿਹੜਾ ਉਹਦਾ ਰੈਡੀਕਲ ਵਾਲਾ ਪਾਰਟ ਹੁੰਦਾ, ਠੀਕ ਹੈ, ਰੈਡੀਕਲ ਵਾਲਾ ਪਾਰਟ ਕੀ ਹੁੰਦਾ, ਇਹ ਸੀਡ ਦਾ ਉਹ ਪਾਰਟ ਹੁੰਦਾ ਜਿਹਨੇ ਗਰੋ ਕਰਨਾ ਹੁੰਦਾ ਹੈ ਨਾ, ਜਿਹਨੇ ਡਿਵੈਲਪ ਹੋ ਕੇ ਜਿਹੜੀ ਰੂਟ ਬਣਾਉਣੀ, ਪ੍ਰਾਇਮਰੀ ਰੂਟ ਜਿਹਨੇ ਬਣਾਉਣੀ ਹੁੰਦੀ ਹੈ ਉਹ ਹੁੰਦਾ। ਕਹਿੰਦਾ ਕਿ ਜੇ ਉੱਪਰ ਨੂੰ ਕਰਦੇ ਤਾਂ ਫਿਰ ਕੀ ਹੋਊਗਾ, ਕਹਿੰਦਾ ਇਟ ਵਿਲ ਗਰੋਇੰਗ ਸਟੇਟ ਅਪਵਰਡ। ਕਹਿੰਦਾ ਕਿ ਬਾਹਰ ਨੂੰ ਉੱਪਰ ਨੂੰ ਗਰੋ ਕਰ ਜੂਗਾ, ਪਹਿਲੀ ਆਪਸ਼ਨ ਹੈ। ਦੂਸਰੀ ਆਪਸ਼ਨ ਕੀ ਹੈ, ਇਟ ਵਿਲ ਮੇਨਟੇਨ ਇਟਸ ਪੋਜੀਸ਼ਨ
ਇਨ ਹੋਰੀਜੈਂਟਲ ਪਲੇਨ ਪੈਰਲਲ ਟੂ ਦਾ ਗਰਾਊਂਡ, ਕਹਿੰਦਾ ਕਿ ਇਹ ਹੋਰੀਜੈਂਟਲੀ ਆ ਜਾਊਗਾ ਉੱਪਰ ਨੂੰ, ਪੈਰਲਲ ਪਲੇਨ ਦੇ ਪੈਰਲਲ ਆ ਜਾਊਗਾ। ਤੀਜੀ ਆਪਸ਼ਨ ਕੀ ਹੈ, ਇਟ ਵਿਲ ਬੈਂਡ ਸੋ ਐਜ਼ ਟੂ ਮੂਵ ਡਾਊਨਵਰਡ ਦਾ ਗਰਾਊਂਡ, ਕਹਿੰਦਾ ਕਿ ਇਹ ਬੈਂਡ ਹੋ ਕੇ ਫਿਰ ਗਰਾਊਂਡ ਦੇ ਨੀਚੇ ਨੂੰ ਚਲੇ ਜਾਊਗਾ। ਚੌਥਾ ਕਿ ਇਟ ਵਿਲ ਸਟਾਪ ਗਰੋਇੰਗ ਇਮੀਡੀਏਟਲੀ, ਤਾਂ ਇਹ ਉਦੋਂ ਹੀ ਜਿਹੜਾ ਗਰੋ ਕਰਨਾ ਰੁਕ ਜੂਗਾ। ਅਸਲ ਦੇ ਵਿੱਚ ਜੇ ਆਪਾਂ ਉਹਦਾ ਪੁੰਗਰਨ ਵਾਲਾ ਹਿੱਸਾ ਉੱਪਰ ਕਰ ਦਾਂਗੇ ਤਾਂ ਉਹ ਬੈਂਡ ਹੋ ਕੇ ਗਰਾਊਂਡ ਦੇ ਨੀਚੇ ਨੂੰ ਹੀ ਜਾਊਗਾ। ਤਾਂ ਇਸ ਕੁਐਸਚਨ ਦੀ ਆਪਣੇ ਕੋਲ ਆਪਸ਼ਨ ਕੀ ਆ ਜਾਏਗੀ, ਸੀ ਆਪਸ਼ਨ। ਨੈਕਸਟ ਕੁਐਸਚਨ 124 ਕੀ ਹੈ ਕਿ ਨੋਨ ਮੈਟਲਸ ਵੈਨ ਮਿਕਸਡ ਵਿਦ ਮੈਟਲਸ, ਕਹਿੰਦਾ ਕਿ ਜੇ ਨੋਨ ਮੈਟਲ ਨੂੰ ਆਪਾਂ ਮਿਕਸਡ ਵਿੱਚ ਮੈਟਲ ਦੇ ਵਿੱਚ ਮਿਕਸ ਕਰਦੇ ਹਾਂ ਤਾਂ ਉਦੋਂ ਕੀ ਹੁੰਦਾ, ਇੱਕ ਨੈਗੇਟਿਵ ਚਾਰਜ ਸਪੀਸੀਜ਼ ਬਣ ਜਾਂਦੀ ਹੈ ਉਹ, ਜਾਂ ਨਿਊਟਰਲ ਸਪੀਸੀਜ਼ ਬਣ ਜਾਂਦੀ ਹੈ, ਜਾਂ ਪੋਜ਼ਿਟਿਵ ਚਾਰਜ ਸਪੀਸੀਜ਼ ਬਣ ਜਾਂਦੀ ਹੈ, ਜਾਂ ਅਮਲਗਮਸ ਬਣ ਜਾਂਦੇ ਆ। ਠੀਕ ਹੈ, ਅਮਲਗਮਸ ਹੁੰਦਾ ਜਿਹੜਾ ਮਿਕਸ ਹੁੰਦਾ। ਆਪਾਂ ਨੂੰ ਪਤਾ, ਜਿਵੇਂ ਆਪਾਂ ਐਗਜ਼ਾਮਪਲ ਲੈ ਲਈਏ ਹੁਣ ਸੋਡੀਅਮ ਆ, ਸੋਡੀਅਮ ਆਪਣੇ ਕੋਲ ਮੈਟਲ ਆ, ਤਾਂ ਸੋਡੀਅਮ ਦੇ ਵਿੱਚ ਜਿੰਨੇ ਇਲੈਕਟ੍ਰੋਨ ਹੁੰਦੇ, ਇੱਕ ਇਲੈਕਟ੍ਰੋਨ ਲੂਜ਼ ਕਰਕੇ ਜਲਦੀ ਕੀ ਬਣ ਜਾਂਦਾ, ਸੋਡੀਅਮ ਆਇਨ ਤੇ ਪਲੱਸ ਇਲੈਕਟ੍ਰੋਨ। ਠੀਕ ਹੈ, ਪਰ ਆਪਾਂ ਕਿਹਦੀ ਗੱਲ ਕਰਦੇ ਪਏ, ਨੋਨ ਮੈਟਲ ਦੀ। ਤਾਂ ਨੋਨ ਮੈਟਲ ਜਿਵੇਂ ਆਪਾਂ ਕਲੋਰੀਨ ਆ, ਹੈ ਨਾ, ਕਲੋਰੀਨ ਦੇ ਵਿੱਚ ਆਪਣੇ ਕੋਲ ਆਪਾਂ ਨੂੰ ਪਤਾ ਇਹਨੂੰ ਇੱਕ ਇਲੈਕਟ੍ਰੋਨ ਦੀ ਜ਼ਰੂਰਤ ਹੁੰਦੀ, ਜਲਦੀ ਇੱਕ ਇਲੈਕਟ੍ਰੋਨ ਲੈ ਕੇ, ਇੱਥੇ ਆਪਾਂ ਗਲਤ ਲਿਖ ਲਿਆ, ਇੱਥੇ ਇਲੈਕਟ੍ਰੋਨ ਜਿਹੜਾ ਸੀਗਾ ਸੋਡੀਅਮ ਆਇਨ ਜਿਹੜਾ ਬਣਦਾ ਆ, ਹਾਂ ਸੋਡੀਅਮ ਆਇਨ ਇਲੈਕਟ੍ਰੋਨ ਲੋਸ ਹੀ ਕਰਦਾ ਆ, ਹਾਂ ਠੀਕ ਹੈ ਬਿਲਕੁਲ। ਔਰ ਜਿਹੜਾ ਕਲੋਰੀਨ ਹੁੰਦਾ ਹੈ, ਕਲੋਰੀਨ ਇੱਕ ਇਲੈਕਟ੍ਰੋਨ ਲੈ ਕੇ ਕੀ ਬਣ ਜਾਂਦਾ, ਕਲੋਰਾਈਡ ਆਇਨ, ਇੱਕ ਨੈਗੇਟਿਵਲੀ ਚਾਰਜ ਸਪੀਸੀਜ਼ ਬਣ ਜਾਂਦੀ ਹੈ ਜਦੋਂ ਇਹਨਾਂ ਨੂੰ ਆਪਾਂ ਉਹਦੇ ਨਾਲ ਮਿਕਸ। ਤਾਂ ਸੋਡੀਅਮ ਕਲੋਰਾਈਡ ਬਣਦਾ ਨਾ, ਇਹ ਜਿਹੜਾ ਸਬਸਟੈਂਸ ਬਣਦਾ ਉਹ ਤਾਂ ਨਿਊਟਰਲ ਬਣਦਾ, ਬਟ ਜਿਹੜੀਆਂ ਨੋਨ ਮੈਟਲਸ ਨੇ ਉਹ ਕਿਸ ਤਰੀਕੇ 'ਚ ਕਨਵਰਟ ਹੋ ਜਾਂਦੀਆਂ, ਨੈਗੇਟਿਵਲੀ ਚਾਰਜ ਸਪੀਸੀਜ਼ ਦੇ ਵਿੱਚ ਮਿਕਸ ਹੋ ਜਾਂਦੀਆਂ। ਠੀਕ ਹੈ, ਧਾਤ ਜਦੋਂ ਧਾਤ ਨਾਲ ਮਿਲਾਈ ਜਾਂਦੇ ਤਾਂ ਬਣਦੀ ਹੈ, ਤਾਂ ਕੀ ਬਣਦੀ ਹੈ, ਇਹ ਆਪਾਂ ਨੋਨ ਮੈਟਲ ਦੀ ਗੱਲ ਕੀਤੀ ਹੈ। ਪਹਿਲਾਂ ਐਂ ਲੱਗਦਾ ਕਿ ਜਿਵੇਂ ਉਹਨੇ ਪੁੱਛਿਆ ਕਿ ਰਿਜ਼ਲਟ ਕੀ ਬਣਦਾ, ਰਿਜ਼ਲਟ ਤਾਂ ਫਿਰ ਨਿਊਟਰਲ ਸਪੀਸੀਜ਼ ਹੀ ਬਣੂਗਾ, ਬਟ ਇਹਦਾ ਆਨਸਰ ਉਹਨਾਂ ਨੇ ਇਸ ਤਰ੍ਹਾਂ ਲਿਆ ਹੋਇਆ ਵੀ ਨੈਗੇਟਿਵਲੀ ਚਾਰਜ ਸਪੀਸੀਜ਼ ਜਿਹੜੀ ਉਹ ਬਣੂਗੀ। ਕੁਐਸਚਨ ਨੰਬਰ 125 ਕੀ ਹੈ, ਦਾ ਮਿਨਰਲ ਵਾਟਰ ਇਜ਼, ਕਹਿੰਦੇ ਕਿ ਜਿਹੜਾ ਮਿਨਰਲ ਵਾਟਰ ਹੁੰਦਾ ਕੀ ਹੁੰਦਾ, ਵਾਟਰ obtained ਫਰੋਮ ਦਾ ਮਾਈਨਸ, ਕਹਿੰਦਾ ਕਿ ਜਿਹੜੀ ਜਿੱਥੋਂ ਖਣਿਜ ਨਿਕਲਦੇ ਆ ਉਹਨਾਂ ਮਾਈਨਸ ਤੋਂ ਜਿਹੜਾ ਵਾਟਰ ਮਿਲਦਾ ਉਹ ਹੁੰਦਾ। ਦੂਜਾ ਕੀ ਆ, ਸਪਰਿੰਗ ਵਾਟਰ ਕੰਟੇਨਿੰਗ ਡਿਜ਼ੋਲਵਡ ਮਿਨਰਲ ਲਾਈਕਸ ਰੌਕਸ, ਕਹਿੰਦਾ ਜਿਵੇਂ ਰੌਕਸ ਵਗੈਰਾ ਮਿਨਰਲ ਰੌਕਸ ਤੋਂ ਮਿਲਦੇ ਉਹਨਾਂ ਦੀ ਜਿਹਦੇ ਵਿੱਚ ਮਿਨਰਲ ਡਿਜ਼ੋਲਵ ਹੁੰਦੇ ਉਹਨੂੰ ਆਪਾਂ ਬੋਲਦੇ ਹਾਂ। ਵਾਟਰ obtained ਫਰੋਮ ਮਿਨਰਲਸ ਡਿਪੋਜ਼ਿਟ ਅੰਡਰਗਰਾਊਂਡ, ਕਹਿੰਦਾ ਕਿ ਵਾਟਰ ਆਪਾਂ ਨੂੰ ਮਿਲਦਾ ਆ ਜਿਹੜਾ ਅੰਡਰਗਰਾਊਂਡ ਧਰਤੀ ਦਾ ਪਾਣੀ ਥੱਲੋਂ ਨਿਕਲਦਾ, ਪਰ ਉਹਦੇ ਵਿੱਚ ਜਿਹੜੇ ਧਰਤੀ ਦੇ ਵਿੱਚ ਕਹਿੰਦਾ ਮਿਨਰਲ ਡਿਪੋਜ਼ਿਟ ਹੁੰਦੇ, ਜਦੋਂ ਉਹ ਬਾਹਰ ਨਿਕਲਦੇ ਉਹਨੂੰ ਆਪਾਂ ਬੋਲਦੇ ਹਾਂ ਕਿਹੜਾ, ਇਹ ਮਿਨਰਲ ਵਾਟਰ। ਤੀਜਾ ਕੀ ਹੈ, ਡੀਸੈਲੀਨੇਟਡ ਵਾਟਰ, ਕਹਿੰਦਾ ਕਿ ਇਹ ਜਿਹੜਾ ਹੁੰਦਾ ਡੀਸੈਲੀਨੇਟਡ ਵਾਟਰ ਹੁੰਦਾ ਆ ਜਿਹਨੂੰ ਆਪਾਂ ਬੋਲਦੇ ਹਾਂ ਵੀ ਜਿਸ 'ਚ ਖਾਰਾਪਣ ਨਹੀਂ ਹੁੰਦਾ ਗਾ। ਠੀਕ ਹੈ, ਤਾਂ ਅਸਲ ਦੇ ਵਿੱਚ ਕੀ ਹੁੰਦਾ ਆ, ਆਪਣੇ ਕੋਲੇ ਆਪਾਂ ਦੇਖਿਆ ਹੋਊਗਾ ਜੇ ਤੁਸੀਂ ਜਿਹੜੀਆਂ ਕਹਿੰਦੇ ਕਿ ਮਹਿੰਗੇ ਹੋਟਲਾਂ ਦੇ ਵਿੱਚ ਜਾਓਗੇ ਨਾ, ਉੱਥੇ ਪਾਣੀ ਦੀ ਬੋਟਲ ਜਿਹੜੀ ਦਿੰਦੇ ਨਾ, ਹਿਮਾਲਿਆ ਉਹਨਾਂ ਨਾਮ ਰੱਖਿਆ ਹੋਇਆ ਹੁੰਦੇ, ਹਿਮਾਲਿਆ ਇਸ ਤਰ੍ਹਾਂ ਉਹਨਾਂ ਪਹਾੜਾਂ ਦੇ ਨਾਮ 'ਤੇ ਰੌਕਸ ਵੀ ਉੱਥੋਂ ਵਾਲਾ ਮਿਨਰਲ ਵਾਟਰ ਆ। ਤਾਂ ਇਹਦੇ ਵਿੱਚ ਬੀ ਆਪਸ਼ਨ ਆਏਗੀ, ਸਪਰਿੰਗ ਵਾਟਰ ਜਿਹਨੂੰ ਬੋਲਦੇ, ਸਪਰਿੰਗ ਵਾਟਰ ਕੰਟੇਨਿੰਗ ਡਿਜ਼ੋਲਵਡ, ਵੀ ਉਹਦੇ ਵਿੱਚ ਜਿਹੜੀ ਮਿਨਰਲਸ ਆ ਸ਼ੁੱਧ ਤੇ ਮਿਨਰਲ ਜ਼ਿਆਦਾ ਕੰਟੇਨਡ ਹੁੰਦੇ ਆ। ਠੀਕ ਹੈ, ਸਪਰਿੰਗ ਵਾਟਰ ਕੰਟੇਨਿੰਗ ਡਿਜ਼ੋਲਵਡ ਮਿਨਰਲ ਫਰੋਮ ਦਾ ਰੌਕਸ। ਤਾਂ ਇਸ ਕੁਐਸਚਨ ਦਾ 125 ਦਾ ਕੀ ਆ ਜਾਏਗਾ, ਬੀ ਆਪਸ਼ਨ। ਕੁਐਸਚਨ ਨੰਬਰ 126 ਕੀ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਏ ਵੇ ਟੂ ਯੂਜ਼ ਆ ਵਾਟਰ ਇਕਨੋਮਿਕਲੀ, ਕਹਿੰਦਾ ਕਿ ਇਹਨਾਂ ਵਿੱਚ ਕਿਹੜਾ ਤਰੀਕਾ ਜਦੋਂ ਆਪਾਂ ਵਾਟਰ ਆਪਾਂ ਜਿਹੜਾ ਇਕਨੋਮਿਕਲੀ ਯੂਜ਼ ਕਰੀਏ, ਜਿਹਨੂੰ ਆਪਾਂ ਵਾਟਰ ਦਾ ਜਿਹੜਾ ਪਾਣੀ ਦੀ ਘੱਟ ਵਰਤੋਂ ਕਰਨ ਦਾ ਜਿਹੜਾ ਸਹੀ ਤਰੀਕਾ ਹੈ। ਠੀਕ ਹੈ, ਪਹਿਲਾਂ ਕਹਿੰਦਾ ਕੰਸਟਰਕਸ਼ਨ ਆਫ ਬਾਵਰੀਜ਼, ਕਹਿੰਦਾ ਬੌਲੀਆਂ ਬਣਾਈਆਂ ਜਾਣ। ਫਿਰ ਕੀ ਹੈ, ਰੇਨ ਵਾਟਰ ਹਾਰਵੈਸਟਿੰਗ, ਕਹਿੰਦਾ ਕਿ ਜਿਹੜੀ ਰੇਨ ਵਾਟਰ ਆ ਉਹਦੀ ਆਪਾਂ ਹਾਰਵੈਸਟਿੰਗ ਕਰੀਏ। ਫਿਰ ਕਿ ਡ੍ਰਿਪ ਇਰੀਗੇਸ਼ਨ, ਜਿਹੜੀ ਆਪਾਂ ਫੁਹਾਰਿਆਂ ਦੇ ਨਾਲ ਖੇਤਾਂ ਨੂੰ ਪਾਣੀ ਦੇਣਾ, ਬੂੰਦ ਕਰਕੇ ਸਿਰਜਣਾ ਜਿਹਨੂੰ ਬੋਲਦੇ ਆ ਆਪਾਂ। ਇਨਫਿਲਟਰੇਸ਼ਨਸ ਆ ਗਈਆਂ, ਪਾਣੀ ਦਾ ਅੰਦਰ ਰਿਸਣਾ। ਤਾਂ ਜੇ ਆਪਾਂ ਇਹਦੇ ਵਿੱਚ ਕੁਐਸਚਨ ਨੂੰ ਧਿਆਨ ਨਾਲ ਪੜ੍ਹੋ ਤਾਂ ਤੁਹਾਨੂੰ ਸਾਰੀਆਂ ਆਪਸ਼ਨਾਂ ਲੱਗਦੀਆਂ ਹੋਣਗੀਆਂ, ਬਟ ਉਹਨੇ ਆਪਾਂ ਨੂੰ ਵਾਟਰ ਇਕਨੋਮਿਕਲੀ ਪੁੱਛਿਆ ਵੀ ਵਾਟਰ ਨੂੰ ਆਪਾਂ ਘੱਟ ਕਿਵੇਂ ਯੂਜ਼ ਕਰ ਸਕਦੇ ਹਾਂ, ਤਾਂ ਉਹਦੀ ਆਪਸ਼ਨ ਸੀ ਆਏਗੀ, ਡ੍ਰਿਪ ਇਰੀਗੇਸ਼ਨ। ਜਿਹੜੀਆਂ ਆਹ ਵਾਲਾ ਆਪਸ਼ਨ ਆਉਂਦੀ ਨਾ ਆਪਣੇ ਕੋਲ, ਇਹ ਆਉਂਦੀ ਮੈਨੇਜਮੈਂਟ ਆਫ ਵਾਟਰ। ਜੇ ਆਪਾਂ ਨੂੰ ਪੁੱਛਿਆ ਹੁੰਦਾ ਨਾ ਮੈਨੇਜਮੈਂਟ ਆਫ ਵਾਟਰ, ਯਾਨੀ ਕਿ ਪਾਣੀ ਦਾ ਜੇ ਪ੍ਰਬੰਧਨ ਪੁੱਛਿਆ ਹੁੰਦਾ ਫਿਰ ਆਪਾਂ ਇਹਨਾਂ ਦੇ ਵਿੱਚ ਆਨਸਰ ਲੱਗ ਸਕਦਾ ਸੀ, ਜਿਵੇਂ ਆ ਰੇਨ ਵਾਟਰ ਹਾਰਵੈਸਟਿੰਗ ਤਰ੍ਹਾਂ। ਬਟ ਉਹਨੇ ਆਪਾਂ ਨੂੰ ਪੁੱਛਿਆ ਕਿ ਆਪਾਂ ਉਹਦੀ ਵਰਤੋਂ ਘੱਟ ਕਿਵੇਂ ਕਰ ਸਕਦੇ ਹਾਂ, ਤਾਂ ਇਹਦੇ ਵਿੱਚ ਕੀ ਆਏਗਾ, ਡ੍ਰਿਪ ਇਰੀਗੇਸ਼ਨ। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ, ਕੁਐਸਚਨ ਨੰਬਰ 127, ਇਫ ਦਾ ਲੈਂਸ ਇਜ਼ ਕੱਟ ਹੌਰੀਜੈਂਟਲੀ ਐਂਡ ਸਪਲਿਟ ਇਨਟੂ 2 ਹਾਫਸ ਵਟ ਵਿਲ ਹੈਪਨ ਟੂ ਦਾ ਫੋਕਲ ਲੈਂਥ, ਕਹਿੰਦਾ ਕਿ ਜਿਹੜਾ ਲੈਂਸ ਹੁੰਦਾ ਆਪਣੇ ਕੋਲੇ, ਕਨਕੇਵ ਲੈਂਸ ਤੇ ਕਨਵੈਕਸ ਲੈਂਸ ਹੁੰਦੇ ਨਾ ਆਪਣੇ ਕੋਲੇ, ਜੇਕਰ ਆਪਾਂ ਉਹਨੂੰ ਕੱਟ ਕਰ ਦਈਏ, ਉਹਨੂੰ ਆਪਾਂ ਹਾਫ ਕੱਟ ਕਰ ਦਈਏ ਤਾਂ ਕੀ ਹੋਊਗਾ, ਨੋ ਚੇਂਜ ਵਿਲ ਟੇਕਸ ਪਲੇਸ, ਉਹ ਤਾਂ ਕੋਈ ਵੀ ਚੇਂਜ ਨਹੀਂ ਹੋਊਗੀ। ਵਟ ਹੈਪਨ ਟੂ ਇਟਸ ਫੋਕਲ ਲੈਂਥ, ਉਹਦੀ ਫੋਕਲ ਲੈਂਥ ਚੇਂਜ ਕਿਵੇਂ ਮਤਲਬ ਚੇਂਜ ਹੋਊਗੀ, ਕਿੰਨੀ ਹੋਊਗੀ, ਕਿਸ ਤਰ੍ਹਾਂ। ਪਹਿਲੀ ਆਪਸ਼ਨ ਹੈਗੀ ਵੀ ਉਹਦੀ ਜਿਹੜੀ ਫੋਕਲ ਲੈਂਥ ਚੇਂਜ ਨਹੀਂ ਹੋਊਗੀ। ਦੂਜੀ ਆਪਸ਼ਨ ਹੈਗੀ ਆ ਫੋਕਲ ਲੈਂਥ ਵਿਲ ਬਿਕਮਸ ਹਾਫ, ਜੇਕਰ ਇਹਨੂੰ ਆਪਾਂ ਅੱਧ ਕਰ ਦਾਂਗੇ ਤਾਂ ਉਹਦਾ ਕੀ ਹੈ,
ਜਿਹੜਾ ਜੇ ਆਪਾਂ ਇਸ ਤਰ੍ਹਾਂ ਮਤਲਬ ਉਹਦੀ ਜਿਹੜੀ ਫੋਕਲ ਲੈਂਥ ਵੀ ਆਫ ਹੋ ਜਾਊਗੀ। ਤੀਜੇ ਨੰਬਰ 'ਤੇ ਕੀ ਹੈ, ਫੋਕਲ ਲੈਂਥ ਬਿਕਮ 0, ਫੋਕਲ ਲੈਂਥ 0 ਬਣ ਜਾਊ। ਚੌਥੇ ਨੰਬਰ 'ਤੇ ਫੋਕਲ ਲੈਂਥ ਵਿਲ ਬਿਕਮ ਡਬਲ। ਤਾਂ ਚਾਰੇ ਆਪਸ਼ਨ ਦਿੱਤੀਆਂ। ਤਾਂ ਹੁਣ ਸਿੰਪਲ ਜੀ ਗੱਲ, ਫੋਕਲ ਲੈਂਥ ਆਪਾਂ ਕਿਵੇਂ ਮੇਜ਼ਰ ਕਰਦੇ ਹੁੰਦੇ ਹਾਂ। ਜਿਹੜਾ ਆਪਣੇ ਕੋਲ ਲੈਂਸ ਦਿੱਤਾ ਹੁੰਦਾ, ਆਪਾਂ ਇਹ ਮੰਨਦੇ ਹਾਂ ਜਿਹੜਾ ਲੈਂਸ ਵਾਲਾ ਹੈਗਾ ਇਹ ਸਫੈਰੀਕਲ ਹਿੱਸਾ ਕਿਹਦਾ, ਇੱਕ ਸੈਂਟਰ ਦਾ ਇੱਕ ਸਫੀਅਰ ਦੇ ਆਪਾਂ ਬਾਕੀ ਹਿੱਸੇ ਜੇ ਡਾਟਡ ਲੈ ਲਈਏ ਹੈ ਨਾ ਇਸ ਤਰ੍ਹਾਂ ਕਰਕੇ, ਤਾਂ ਉਹਦਾ ਇੱਕ ਹਿੱਸਾ ਹੀ ਲਈਏ ਤਾਂ ਉਹ ਆਪਣੇ ਕੋਲ ਆ ਜਾਂਦਾ ਕੀ ਆ ਜਾਂਦਾ ਹੈ, ਇੱਕ ਲੈਂਸ ਆ ਜਾਂਦਾ। ਜਿਵੇਂ ਆਪਣੇ ਕੋਲ ਸਾਰਾ ਸਫੀਅਰ ਹੈ ਨਾ, ਸਫੀਅਰ ਇਸ ਤਰ੍ਹਾਂ ਬਣਿਆ ਹੋਇਆ ਆਪਣੇ ਕੋਲ ਔਰ ਇੱਥੇ ਸੈਂਟਰ ਆ, ਇੱਥੇ ਆਪਾਂ ਇੱਕ ਇੰਨਾ ਕੁ ਹਿੱਸਾ ਲੈ ਕੇ ਇਹਨੂੰ ਅੱਡ ਕਰ ਲੈਂਦੇ ਹਾਂ ਇੱਥੇ, ਅਤੇ ਇਹ ਆਪਣੇ ਕੋਲ ਕੀ ਬਣ ਜੂਗਾ ਐਵੇਂ ਇੱਕ ਦੂਜੇ ਪਾਸੇ ਸਫੀਅਰ ਲੈ ਕੇ ਇਹਦਾ ਆਪਾਂ ਇੰਨਾ ਹਿੱਸਾ ਅੱਡ ਕਰ ਲਈਏ ਤਾਂ ਇਹ ਲੈਂਸ ਬਣ ਜਾਂਦਾ ਨਾ। ਆਹ ਤਾਂ ਜਿਹੜਾ ਇਹ ਲੈਂਸ ਬਣਦਾ ਇਹਨੂੰ ਜਿੱਥੋਂ ਮਰਜ਼ੀ ਕੱਟ ਲਓ, ਲੈਂਸ ਦੀ ਫੋਕਲ ਲੈਂਥ ਤਾਂ ਫਿਰ ਉਨੀ ਹੀ ਰਹਿਣੀ ਕਿਉਂਕਿ ਇਹਨੂੰ ਤਾਂ ਇੱਕ ਸਫੀਅਰ ਦਾ ਹਿੱਸਾ ਹੀ ਰਹਿਣਾ ਹੈ। ਸਫੀਅਰ ਦੇ ਹਿੱਸੇ ਨੂੰ ਆਪਾਂ ਇੱਕ ਨੂੰ ਲਿਆ ਹੋਇਆ, ਤਾਂ ਇਹਦਾ ਮਤਲਬ ਇਹਦੇ ਵਿੱਚ ਕੋਈ ਵੀ ਚੇਂਜ ਜਿਹੜੀ ਨਹੀਂ ਆਊਗੀ, ਨੋ ਚੇਂਜ ਵਿਲ ਟੇਕਸ ਪਲੇਸ। 127 ਦਾ ਆਨਸਰ ਕੀ ਆ ਜਾਏਗਾ, ਇਹ ਆਪਸ਼ਨ। ਕੁਐਸਚਨ ਨੰਬਰ 128 ਕੀ ਹੈ, ਦਾ ਫੋਕਲ ਲੈਂਥ ਆਫ ਕਨਵੈਕਸ ਲੈਂਸ ਇਜ਼ 12 ਸੈਂਟੀਮੀਟਰ। ਕਹਿੰਦਾ ਜਿਹੜਾ ਆਪਣੇ ਕੋਲੇ ਫੋਕਲ ਲੈਂਥ ਆ ਕਨਵੈਕਸ ਲੈਂਸ ਦੀ 12 ਸੈਂਟੀਮੀਟਰ, ਵੈਨ ਆਬਜੈਕਟ ਇਜ਼ ਪੁਆਇੰਟਡ ਬਿਯੋਂਡ 20 ਸੈਂਟੀਮੀਟਰ। ਜਿਹੜਾ ਆਬਜੈਕਟ ਆ ਉਹ 24 ਸੈਂਟੀਮੀਟਰ ਤੋਂ ਬਿਯੋਂਡ ਹੈ, ਠੀਕ ਹੈ। ਤਾਂ ਇਮੇਜ ਔਨ ਦੀ ਅਦਰ ਸਾਈਡ ਆਫ ਦਾ ਲੈਂਸ ਵਿਲ ਬੀ ਫਾਰਮਡ। ਤਾਂ ਜੇ ਦੂਜੀ ਸਾਈਡ 'ਤੇ ਜਿਹੜੀ ਇਮੇਜ ਬਣੂਗੀ ਤਾਂ ਉਹ ਕਿਹੋ ਜਿਹੀ ਬਣੂਗੀ, ਠੀਕ ਹੈ। ਹੁਣ ਇਹਦੇ ਵਿੱਚ ਆਪਣੇ ਕੋਲੇ ਕੀ ਹੈ ਕਿ ਆਪਾਂ ਜਿਹੜਾ ਲੈਂਸ ਲੈ ਰਹੇ ਹਾਂ ਹੈ ਨਾ ਬਿਯੋਂਡ, ਆਪਾਂ ਸਿੰਪਲ ਜੀ ਗੱਲ ਇੱਥੇ F1 ਹੋ ਗਿਆ, ਆਪਾਂ ਜੇ ਇੱਕ ਡਾਇਗਰਾਮ ਬਣਾ ਕੇ ਦੇਖੀਏ ਇੱਥੇ F2 ਹੋ ਗਿਆ, ਇੱਥੇ F1 ਹੋ ਗਿਆ, ਇੱਥੇ ਆਪਣੇ ਕੋਲ ਕੀ ਆ ਗਿਆ F2 ਆ ਗਿਆ। F1 ਦਿੱਤੀ ਹੋਈ ਹੈ ਫੋਕਲ ਲੈਂਥ ਦਿੱਤੀ ਹੋਈ 12, ਕਿੰਨੀ ਦਿੱਤੀ ਹੋਈ ਆ 12 ਸੈਂਟੀਮੀਟਰ, ਅਤੇ ਆ ਆਪਣੇ ਕੋਲ ਅੱਗੇ ਕੀ ਦਿੱਤਾ ਹੋਇਆ F2, ਯਾਨੀ ਕਿ ਉਹਦੀ ਜਿਹੜੀ ਆ ਵੈਨ ਦਾ ਇਮੇਜ ਬਿਯੋਂਡ ਦਾ 24। ਤਾਂ F1 ਟੋਟਲ ਜਿਹੜਾ ਇਸ ਬਣਨਾ ਸੀ ਇਹ ਬਣਨਾ ਸੀ 24। ਅਗਰ ਤਾਂ ਇਮੇਜ ਹੁੰਦਾ ਆਬਜੈਕਟ ਹੁੰਦਾ ਇੱਥੇ ਤਾਂ ਇਮੇਜ ਉਹਦੀ ਬਣ ਜਾਣੀ ਸੀ ਇਸੇ ਦੂਸਰੀ ਸਾਈਡ 'ਤੇ ਇੰਨੇ ਡਿਸਟੈਂਸ 'ਤੇ, ਬਟ ਹੁਣ ਕੀ ਹੈ ਉਹ 20 ਸੈਂਟੀਮੀਟਰ ਤੋਂ ਵੀ ਪਿੱਛੇ ਆ। ਤਾਂ ਤੁਸੀਂ ਕੀ ਕਰਨਾ ਇਹਦੇ ਵਿੱਚ F ਲੈ ਲੈਣੀ ਆ, ਕਨਵੈਕਸ ਲੈਂਸ ਆ 12 ਸੈਂਟੀਮੀਟਰ। ਦੁਬਾਰਾ ਕਰਦੇ ਆਪਾਂ, ਆਪਣੇ ਕੋਲ ਕੀ ਹੈ ਆਪਾਂ ਇਹ ਕਰਨਾ ਪਹਿਲਾਂ F ਲੈ ਲੈਣੀ ਆ, F ਇਹਦੇ ਵਿੱਚ ਤੁਸੀਂ ਲੈ ਲੈਣੀ ਆ 12 ਪਲੱਸ ਦੇ ਕਨਵੈਕਸ ਲੈਂਸ ਆ 12 ਸੈਂਟੀਮੀਟਰ, U ਲੈ ਲੈਣਾ ਆ, U ਕਿੰਨਾ ਦਿੱਤਾ ਹੋਇਆ ਆਪਾਂ ਨੂੰ ਇੱਥੇ U ਦਿੱਤਾ ਹੋਇਆ ਵੈਨ ਦਾ ਆਬਜੈਕਟ ਇਜ਼ ਬਿਯੋਂਡ, ਤਾਂ 24 ਸੈਂਟੀਮੀਟਰ ਦੇ ਨਾਲ ਲੈ ਲੈਣਾ, ਠੀਕ ਹੈ। ਔਰ ਜਿਹੜਾ ਆਪਣੇ ਕੋਲ ਫਾਰਮੂਲਾ ਹੁੰਦਾ ਕੀ ਹੁੰਦਾ 1/U ਪਲੱਸ 1/V ਇਜ਼ ਇਕੁਅਲ ਟੂ 1/F। ਔਰ ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਸੋਲਵ ਕਰ ਲਿਓ, ਜਿਹੜਾ ਤੁਹਾਡੇ ਕੋਲ ਆਨਸਰ ਬਣ ਜਾਏਗਾ। ਇਹਨੂੰ 128 ਦੇ ਵਿੱਚ ਤੁਸੀਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਇਹਦਾ ਆਏਗਾ ਇਹ ਆਪਸ਼ਨ 15 ਸੈਂਟੀਮੀਟਰ ਜਿਹੜਾ ਆਨਸਰ ਬਣ ਜਾਏਗਾ। ਹਾਂ ਜੇ ਉਹਦੇ ਉੱਪਰ ਹੀ ਪੁੱਛਿਆ ਹੁੰਦਾ ਕਿ ਉਹਦੇ 24 ਸੈਂਟੀਮੀਟਰ 'ਤੇ ਹੀ ਹੈ, ਯਾਨੀ ਕਿ ਫੋਕਲ ਲੈਂਥ ਦਾ ਡਬਲ ਉਹਦੇ ਸੈਂਟਰ ਆਫ ਕਰਵੇਚਰ 'ਤੇ ਹੁੰਦਾ, ਫਿਰ ਜਿਹੜਾ ਇਮੇਜ ਬਣਨਾ ਸੀ ਉਹ ਵੀ ਸੈਂਟਰ ਆਫ ਕਰਵੇਚਰ 'ਤੇ ਦੂਸਰੀ ਸਾਈਡ 'ਤੇ ਬਣਨਾ ਸੀ। ਬਟ ਤੁਸੀਂ ਹੁਣ ਆਹ ਵਾਲਾ ਫਾਰਮੂਲਾ ਜਿਹੜਾ ਮੈਂ ਲਿਖਿਆ ਇਹਨੂੰ ਯੂਜ਼ ਕਰਕੇ ਇੱਥੇ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਮੈਂ ਕੈਲਕੂਲੇਟ ਨਹੀਂ ਕੀਤਾ, ਇਹਨੂੰ ਆਪਣੇ ਆਪ ਕਰਕੇ ਦੇਖ ਲਿਓ, ਠੀਕ ਹੈ। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ 129 ਕੀ ਹੈ, the cause of rainbow in the sky is due to tiny droplets of water behaving like। ਕਹਿੰਦਾ ਕਿ ਜਿਹੜੇ ਆਪਣੇ ਕੋਲੇ ਰੇਨਬੋ ਬਣਦੀ ਆ, ਤਰੰਗੀ ਪੀਂਘ ਬਣਦੀ ਹੈ ਆਕਾਸ਼ ਦੇ ਵਿੱਚ, ਉਹ ਆਪਾਂ ਨੂੰ ਪਤਾ ਕਿ ਜਿਹੜੇ ਉਹ ਬਾਰਿਸ਼ ਤੋਂ ਬਾਅਦ ਛੋਟੇ ਛੋਟੇ ਡ੍ਰੋਪਲੇਟਸ ਹੁੰਦੇ ਆ, ਪਾਣੀ ਦੇ ਡ੍ਰੋਪਲੇਟਸ ਹਵਾ ਦੇ ਵਿੱਚ ਹੁੰਦੇ ਆ, ਉਹਨਾਂ ਦੇ ਉੱਪਰ ਜਦੋਂ ਸਨਰੇਜ਼ ਪੈਂਦੀ ਆ ਤਾਂ ਉਹਦੇ ਤੋਂ ਬਣਦੇ ਆ ਹੈ ਨਾ। ਤਾਂ ਉਹ ਕਿਉਂ ਬਣਦੇ ਆ, ਕਿਉਂਕਿ ਕੀ ਆਪਸ਼ਨ ਦਿੱਤੀ ਕਹਿੰਦਾ ਕਿ ਕਨਵੈਕਸ ਲੈਂਸ ਬਣ ਜਾਂਦੇ ਆ, ਜਿਹੜੇ ਡ੍ਰੋਪਲੇਟਸ ਹੁੰਦੇ ਆ ਉਹ ਕਨਕੇਵ ਮਿਰਰ ਬਣ ਜਾਂਦੇ ਆ, ਕਨਕੇਵ ਲੈਂਸ ਬਣ ਜਾਂਦੇ ਜਾਂ ਪ੍ਰਿਜ਼ਮ ਬਣ ਜਾਂਦੇ ਆ। ਅਸਲ ਦੇ ਵਿੱਚ ਆਪਾਂ ਨਾ ਤਾਂ ਲੈਂਸ ਦੇ ਕੇਸ ਵਿੱਚ ਨਾ ਮਿਰਰ ਦੇ ਕੇਸ ਵਿੱਚ ਦੇਖਿਆ ਸੀਗਾ ਕਿ ਜਿਹੜੀ ਰੇਜ਼ ਆ ਉਹ ਬ੍ਰੇਕਅਪ ਹੁੰਦੀ ਹੈ ਇਨਟੂ ਡਿਫਰੈਂਟ ਕਲਰਸ, ਵਿਬਗੋਇਡ ਜਿਹੜਾ ਬਣਦਾ ਹੈ, ਤਾਂ ਉਹ ਪ੍ਰਿਜ਼ਮ ਦੇ ਕੇਸ ਵਿੱਚ ਆਪਾਂ ਕੀਤਾ ਸੀਗਾ। ਪ੍ਰਿਜ਼ਮ ਜਿਹੜਾ ਹੁੰਦਾ ਉਹ ਲਾਈਟ ਨੂੰ ਸਪਲਿੱਟ ਕਰ ਦਿੰਦਾ ਅਲੱਗ-ਅਲੱਗ ਡਿਫਰੈਂਟ ਕਲਰ ਦੇ ਵਿੱਚ। ਤਾਂ ਇੱਥੇ 129 ਦੀ ਜਿਹੜਾ ਆਨਸਰ ਆਏਗਾ ਇਹ ਆਪਸ਼ਨ ਆਏਗੀ ਪ੍ਰਿਜ਼ਮ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲੇ 130 ਕੀ ਹੈ, ਐਟ ਦਾ ਨੈਸ਼ਨਲ ਸਾਇੰਸ ਸੈਂਟਰ ਦੇਅਰ ਆਰ 3 ਮਿਰਰ। ਕਹਿੰਦਾ ਕਿ ਨੈਸ਼ਨਲ ਸਾਇੰਸ ਸੈਂਟਰ ਆ ਉਹਦੇ 3 ਮਿਰਰ ਨੇ, ਠੀਕ ਹੈ। ਅਤੇ ਮਿਰਰ ਐਂਡ ਏ ਗਿਵ, ਪਹਿਲੇ ਆਪਣੇ ਕੋਲ ਮਿਰਰ ਏ ਆ ਉਹ ਡਿਮਨਿਸ਼ਡ ਇਮੇਜ ਆਫ ਮੈਰੀ, ਡਿਮਨਿਸ਼ਡ ਹੁੰਦਾ ਖਤਮ ਹੋਇਆ ਬਿਲਕੁਲ ਛੋਟਾ ਜਿਹਾ ਜਿਹੜਾ ਇਮੇਜ ਬਣਦਾ ਹੀ ਨਹੀਂ। ਬੀ ਕੀ ਦਿੰਦਾ ਜਿਵੇਂ ਦਾ ਹੈਗਾ, ਜਿੰਨਾ ਸਾਈਜ਼ ਉਹਦਾ ਹੈਗਾ ਬੱਚੇ ਦਾ ਆਬਜੈਕਟ ਦਾ ਉਨਾ ਹੀ ਆ। ਅਤੇ ਮਿਰਰ ਸੀ ਗਿਵਜ਼
ਇਹ ਮੈਗਨੀਫਾਈਡ ਇਮੇਜ ਆਫ ਮੈਰੀ, ਤਾਂ ਮੈਗਨੀਫਾਈ ਕਰਕੇ ਦਿੰਦਾ, ਵੱਡਾ ਇਮੇਜ ਕਰਕੇ ਦਿੰਦਾ। ਆਪਾਂ ਦੱਸਣਾ ਵੀ ਕਿਸ ਕਿਸ ਕਿਸਮ ਦੇ ਇਮੇਜ ਤਿੰਨੇ ਹੈਗੇ। ਪਹਿਲੇ ਦੇ ਵਿੱਚ ਤਾਂ ਇਮੇਜ ਬਣਦਾ ਹੀ ਨਹੀਂ, ਦੂਜੇ ਵਿੱਚ ਬੀ ਦੇ ਵਿੱਚ ਕੀ ਹੈ, ਇਮੇਜ ਜਿੱਡਾ ਆਬਜੈਕਟ ਆ ਉੱਡਾ ਹੀ ਇਮੇਜ ਬਣਦਾ। ਤੀਜੇ ਦੇ ਵਿੱਚ ਕੀ ਹੈ, ਉਹ ਮੈਗਨੀਫਾਈ ਹੋ ਕੇ ਵੱਡਾ ਹੋ ਕੇ ਦਿਖਾਈ ਦਿੰਦਾ ਹੈ। ਤਾਂ ਆਪਾਂ ਕੀ ਕਰਦੇ ਹਾਂ ਕਿ ਆਪਾਂ ਨੂੰ ਇੱਕ ਚੀਜ਼ ਦਾ ਪਤਾ ਵੀ ਜਿਹੜਾ ਬੀ ਆਪਸ਼ਨ ਹੀ ਆਪਾਂ ਲੈ ਕੇ ਚੱਲੀਏ ਵੀ ਜਿੰਨਾ ਸੇਮ ਸਾਈਜ਼ ਦਾ ਮਿਰਰ ਬਣਦਾ ਨਾ, ਇਹਦਾ ਮਤਲਬ ਇਹ ਪਲੇਨ ਮਿਰਰ ਜਿਹੜਾ ਆਪਾਂ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ, ਆਪਾਂ ਜਿਹੜਾ ਆਪਣੇ ਕੋਲੇ ਹੁੰਦਾ ਆ ਡਰੈਸਿੰਗ ਟੇਬਲ ਦੇ ਵਿੱਚ ਮੋਸਟਲੀ ਯੂਜ਼ ਕਰਦੇ ਹੁੰਦੇ ਆਪਾਂ, ਤਾਂ ਉਹ ਪਲੇਨ ਮਿਰਰ ਹੁੰਦਾ। ਜਿੰਨਾ ਆਪਣਾ ਸਾਈਜ਼ ਉਨਾ ਹੀ ਸਾਈਜ਼ ਦਿਖਦਾ ਨਾ, ਬਿਲਕੁਲ ਜਿੰਨੀ ਦੂਰੀ ਆਪਾਂ ਖੜੀ ਹੁੰਦੀ ਇਮੇਜ ਦੀ ਜਿਹੜਾ ਇਮੇਜ ਉਨੀ ਜਿੰਨੀ ਆਬਜੈਕਟ ਦੀ ਦੂਰੀ ਹੁੰਦੀ ਉਨੀ ਇਮੇਜ ਦੀ ਬਣਦੀ। ਤਾਂ ਬੀ ਵਾਲਾ ਤਾਂ ਹੋਊਗਾ ਪਲੇਨ ਮਿਰਰ। ਇਹਦਾ ਮਤਲਬ ਇਹ ਹੋ ਗਿਆ ਇਹਦੇ ਵਿੱਚੋਂ ਨਾ ਤਾਂ ਆਪਸ਼ਨ ਹੋ ਸਕਦੀ ਬੀ ਅਤੇ ਨਾ ਇਹ ਥੱਲੇ ਡੀ ਹੋਊਗੀ। ਤਾਂ ਪਲੇਨ ਮਿਰਰ ਵਾਲੀਆਂ ਦੋ ਆਪਸ਼ਨ ਹੀ ਆਪਣੇ ਕੋਲ ਆ ਗਈਆਂ, ਏ ਜਾਂ ਸੀ। ਹੁਣ ਏ ਜਾਂ ਸੀ ਦੇ ਵਿੱਚੋਂ ਕਿ ਤੀਜੇ ਨੰਬਰ 'ਤੇ ਆਪਣੇ ਕੋਲ ਕੀ ਕਹਿਤਾ ਸੀ, ਹੁਣ ਸੀ ਦੇ ਵਿੱਚ ਮੈਗਨੀਫਾਈਡ ਹੋ ਗਿਆ। ਤਾਂ ਮੈਗਨੀਫਾਈਡ ਆਪਾਂ ਕਿਹਨੂੰ ਯੂਜ਼ ਕਰਦੇ ਹਾਂ, ਆਪਾਂ ਨੂੰ ਇਹ ਪਤਾ ਕਿ ਜਿਹੜਾ ਆਪਣੇ ਕੋਲ ਮੈਗਨੀਫਾਈਡ ਇਮੇਜ ਬਣਦਾ ਹੁੰਦਾ ਮਿਰਰ ਦੇ ਵਿੱਚ, ਉਹ ਬਣਦਾ ਹੁੰਦਾ ਕਨਵੈਕਸ ਦੇ ਵਿੱਚ, ਹੈ ਨਾ। ਅਤੇ ਇਹਦਾ ਮਤਲਬ ਸੀ ਆਪਸ਼ਨ ਕੀ ਹੋਊਗੀ, ਕਨਵੈਕਸ। ਬੀ ਅਤੇ ਸੀ ਆਪਾਂ ਨੂੰ ਕਲੀਅਰ ਹੋਊਗੀ। ਇੱਥੋਂ ਇਹ ਪਤਾ ਲੱਗ ਗਿਆ ਜਿਹੜੇ ਆਨਸਰ ਆਏਗਾ ਉਹ ਏ ਆਏਗਾ। ਫਿਰ ਦੁਬਾਰਾ ਮੈਂ ਇੱਥੇ ਆਨਸਰ ਲਗਾ ਦਿੰਦਾ ਕਿ ਪਲੇਨ ਮਿਰਰ ਤੋਂ ਇਹ ਪਤਾ ਲੱਗ ਗਿਆ ਸੀ ਵੀ ਨਾ ਤਾਂ ਆਪਸ਼ਨ ਡੀ ਹੋ ਸਕਦੀ, ਨਾ ਹੀ ਆਪਸ਼ਨ ਬੀ ਹੋ ਸਕਦੀ ਹੈ। ਸੀ ਦੇ ਮੈਗਨੀਫਾਈਡ ਕੀਤਾ ਸੀ, ਇਹਦਾ ਮਤਲਬ ਇਹ ਕਨਵੈਕਸ ਹੋਊਗਾ ਤੀਜਾ, ਅਤੇ ਇਹ ਆਪਸ਼ਨ ਇਜ਼ ਦਾ ਰਾਈਟ ਆਨਸਰ। ਕੁਐਸਚਨ ਨੰਬਰ ਆਪਣੇ ਕੋਲ ਅੱਗੇ ਨੈਕਸਟ 131 ਕੀ ਹੈ, ਨੇਮ ਦਾ ਆਰਗੇਨਿਜ਼ਮ ਬਿਲੋਂਗਸ ਟੂ ਦਾ ਸੈਕੰਡ ਐਂਡ ਫੋਰਥ ਟ੍ਰੋਫਿਕ ਲੈਵਲ ਇਨ ਦੀ ਫੂਡ ਚੇਨ ਕੰਪਰਾਈਜ਼ਿੰਗ ਦਾ ਫੋਲੋਇੰਗ। ਇੱਕ ਫੂਡ ਚੇਨ ਬਣੀ ਹੋਈ ਆ ਜਿਹਨੂੰ ਆਪਾਂ ਭੋਜਨ ਲੜੀ ਬੋਲਦੇ ਹਾਂ, ਹੈ ਨਾ। ਉਹਦੇ ਵਿੱਚ ਕੀ ਆਪਣੇ ਕੋਲ ਦਿੱਤਾ ਹੈ, ਪਹਿਲਾਂ ਕਹਿੰਦਾ ਕਿ ਦਿੱਤਾ ਹੋਇਆ ਤੁਹਾਨੂੰ ਪਲਾਂਟ ਤੋਂ ਸ਼ੁਰੂ ਹੁੰਦੀ ਭੋਜਨ ਲੜੀ, ਠੀਕ ਹੈ। ਪਹਿਲਾਂ ਆਪਣੇ ਕੋਲ ਕੀ ਆ, ਪਲਾਂਟ ਦੇ ਤੋਂ ਬਾਅਦ ਆਪਣੇ ਕੋਲ ਅੱਗੇ ਕੀ ਬਣ ਗਿਆ, ਇਹ ਪਲਾਂਟ ਨੂੰ ਖਾਣਗੇ ਇਨਸੈਕਟ ਨੂੰ ਕੀ ਖਾਊਗਾ, ਫਰੋਗ, ਠੀਕ ਆ। ਫਰੋਗ ਨੂੰ ਕੌਣ ਖਾਊਗਾ ਫਿਰ, ਸਨੇਕ ਨੂੰ ਹਾਕਸ, ਠੀਕ ਆ। ਹੁਣ ਦੱਸੋ, ਹੁਣ ਕੀ ਪੁੱਛਿਆ ਸੀ, ਕਹਿੰਦਾ ਕਿ ਨੇਮ ਦਾ ਆਰਗੇਨਿਜ਼ਮ ਬਿਲੋਂਗਸ ਟੂ ਸੈਕਿੰਡ ਐਂਡ ਦਾ ਫੋਰਥ ਟ੍ਰੋਫਿਕ ਲੈਵਲ। ਆ ਫਸਟ ਸੀਗਾ ਆਪਣੇ ਕੋਲ ਆ ਗਿਆ, ਫਸਟ ਲੈਵਲ 'ਤੇ ਆਪਣੇ ਕੋਲ ਜਿਹੜਾ ਆਇਆ ਸੀ ਇਨਸੈਕਟ ਵਾਲਾ ਆਇਆ ਸੀਗਾ, ਠੀਕ ਹੈ। ਫਿਰ ਆਪਣੇ ਕੋਲ ਕੀ ਆ ਗਿਆ, ਆ ਸੈਕਿੰਡ ਆ ਗਿਆ, ਆਪਣੇ ਕੋਲ ਥਰਡ ਅਤੇ ਆਹ ਫੋਰਥ, ਨਹੀਂ ਆਹ ਫਸਟ ਸੀਗਾ। ਐਨਰਜੀ ਜਿਹੜੀ ਉਹਦੀ ਸ਼ੁਰੂ ਹੋਈ ਆਪਣੇ ਕੋਲ ਕਿੱਥੋਂ ਸ਼ੁਰੂ ਹੋਈ ਹੈ, ਇੱਥੋਂ। ਇੱਕ ਐਨਰਜੀ ਇਹਦੇ 'ਚ ਆਈ ਜਿਹੜੀ ਇਕੋਸਿਸਟਮ ਤੋਂ, ਫਿਰ H2 3 4 ਅਤੇ 5। ਸੈਕਿੰਡ ਦੇ ਵਿੱਚ ਕੀ ਇਨਸੈਕਟ, ਅਤੇ ਫੋਰਥ ਦੇ ਵਿੱਚ ਕੀ ਆਪਣੇ ਕੋਲ ਸਨੇਕ ਆਇਆ। ਤਾਂ 131 ਦਾ ਕੀ ਆਪਸ਼ਨ ਆ ਜਾਏਗਾ, ਬੀ ਇਨਸੈਕਟ ਐਂਡ ਸਨੇਕ। ਇਨਸੈਕਟ ਐਂਡ ਸਨੇਕ ਕਿਹੜੀ ਆਪਸ਼ਨਸ ਆ, ਬੀ ਆਪਸ਼ਨ ਦੇ ਵਿੱਚ, ਠੀਕ ਹੈ। ਕਲੀਅਰ। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ, ਕੁਐਸਚਨ ਨੰਬਰ 132 ਕੀ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਸੈਪਰੋਫਾਈਟਸ। ਮ੍ਰਿਤ ਜੀਵੀ ਕੀ ਹੁੰਦੇ ਆ, ਬ੍ਰੈਡ ਮਾਲਟ ਜਿਹੜੀ ਉੱਲੀ ਹੁੰਦੀ ਬ੍ਰੈਡ ਦੇ ਉੱਪਰ, ਮਸ਼ਰੂਮ ਹੋ ਗਈਆਂ ਜਾਂ ਮਸ਼ਰੂਮ ਜਿਵੇਂ ਖੁੰਬਾਂ ਹੁੰਦੀਆਂ, ਯੀਸਟ, ਖਮੀਰ, ਤਾਂ ਸਾਰਾ ਕੁਝ ਇੱਕ ਮ੍ਰਿਤ ਸੈਪਰੋਫਾਈਟਸ ਦੇ ਵਿੱਚ ਇਹ ਕਾਊਂਟ ਹੁੰਦੇ। 132 ਦਾ ਕੀ ਆ ਜਾਏਗਾ, ਡੀ ਆਪਸ਼ਨ। ਨੈਕਸਟ ਕੁਐਸਚਨ 133 ਕੀ ਹੈ, ਇਫ ਯੂ ਓਬਜ਼ਰਵ ਦਾ ਬਾਟਮ ਆਫ ਦਾ ਕੁਕਿੰਗ ਵੈਸਲ ਗੈਟਿੰਗ ਬਲੈਕਨਡ ਇਨ ਏ ਗੈਸ ਔਰ ਕੈਰੋਸਿਨ ਸਟੋਰ ਇਟ ਮੀਨਸ। ਕਹਿੰਦਾ ਕਿ ਜਿਹੜੇ ਭਾਂਡੇ ਦੇ ਵਿੱਚ ਤੁਸੀਂ ਕੁਕਿੰਗ ਕਰਦੇ ਹੋ, ਭੋਜਨ ਬਣਾਉਂਦੇ ਹੋ, ਤਾਂ ਜੇਕਰ ਉਹਦਾ ਥੱਲਾ ਕਾਲਾ ਹੁੰਦਾ ਜਦੋਂ ਤੁਸੀਂ ਗੈਸ ਦੇ ਉੱਪਰ ਰੱਖਦੇ ਹੋ ਜਾਂ ਕੈਰੋਸਿਨ ਸਟੋਰ ਦੇ ਉੱਪਰ ਰੱਖਦੇ ਹੋ, ਤਾਂ ਇਹਦਾ ਕੀ ਮਤਲਬ ਹੈ ਕਿ ਸਟੋਵ ਇਜ਼ ਡਿਫੈਕਟਡ ਸ਼ੁੱਡ ਬੀ ਡਿਸਪੋਜ਼ਡ ਆਫ, ਵੀ ਤੁਹਾਡਾ ਸਟੋਵ ਖਰਾਬ ਆ ਉਹਨੂੰ ਆਪਾਂ ਬਦਲ ਲਈਏ, ਇਹ ਆਪਸ਼ਨ ਹੈ। ਬੀ ਆਪਸ਼ਨ ਕੀ ਹੈ ਆਪਣੇ ਕੋਲ ਦਿੱਤੀ ਹੋਈ ਹੈ, ਏਅਰ ਹੋਲਸ ਆਰ ਬਲੌਕਡ, ਉਹਦੀਆਂ ਏਅਰ ਹੋਲ ਜਿਹੜੀਆਂ ਬੰਦ ਆ, ਇਨਕੰਪਲੀਟ ਕੰਬਸ਼ਨ ਹੋ ਰਹੀ ਹੈ। ਸੀ ਆਪਸ਼ਨ ਕੀ ਆਪਣੇ ਕੋਲ ਦਿੱਤੀ ਹੋਈ ਹੈ, ਦਾ ਬਰਨਸ ਆਫ ਦਾ ਫਿਊਲ ਆਲਵੇਜ਼ ਪ੍ਰੋਡਿਊਸ ਦਾ ਬਲੈਕ, ਵੀ ਇਹ ਮੰਨ ਹੀ ਲਓ ਵੀ ਹਰੇਕ ਵਾਰੀ ਜਦੋਂ ਫਿਊਲ ਬਰਨ ਕਰਦਾ ਉਦੋਂ ਆਪਣੇ ਕੋਲ ਕੀ ਕਰਦਾ, ਬਲੈਕ ਜਿਹੜਾ ਹੈ ਸਬਸਟਾਂਸ ਦਾ ਜਿਹੜਾ ਉਹ ਜਮ੍ਹਾਂ ਹੋਊਗਾ ਹੀ ਹੋਊਗਾ। ਡੀ ਆਪਸ਼ਨ ਕੀ ਹੈ, ਦੇਰ ਇਜ਼ ਸਮ ਪ੍ਰੋਬਲਮਸ ਵਿਦ ਦੀ ਕੁਕਿੰਗ ਵੈਸਲਸ। ਕਹਿੰਦੇ ਕਿ ਜਿਸ ਭਾਂਡੇ ਵਿੱਚ ਤੁਸੀਂ ਬਰਤਨ ਦੇ ਵਿੱਚ ਤੁਸੀਂ ਕੁਕਿੰਗ ਕਰ ਰਹੇ ਹੋ ਉਹਦੇ 'ਚ ਕੋਈ ਪ੍ਰੋਬਲਮ ਆ, ਤਾਂ ਇਹ ਆਪਾਂ ਨੂੰ ਪਤਾ ਹੈ ਕਿ ਜਦੋਂ ਵੀ ਜਿਹੜੀਆਂ ਫਲੇਮਸ ਹੁੰਦੀਆਂ, ਜਦੋਂ ਕੰਪਲੀਟ ਬਰਨਿੰਗ ਨਹੀਂ ਹੋਊਗੀ ਤਾਂ ਅਨਬਰਨਟ ਬਿਨਾਂ ਬਲੇ ਹੋਏ ਕਾਰਬਨ ਪਾਰਟੀਕਲ ਉਹਦੇ ਵਿੱਚ ਰਹਿ ਜਾਣਗੇ ਔਰ ਉਹ ਬਰਤਨ ਦੇ ਨੀਚੇ ਲੱਗਣਗੇ। ਇਹਦਾ ਮਤਲਬ ਉਹ ਅਨਬਰਨਡ ਕਿਉਂ ਰਹਿ ਗਏ, ਜਦੋਂ ਉਹਨਾਂ ਨੂੰ ਪ੍ਰੋਪਰ ਆਕਸੀਜਨ ਨਹੀਂ ਮਿਲਦੀ। ਆਕਸੀਜਨ ਉਹਨਾਂ ਨੂੰ ਪ੍ਰੋਪਰ ਕਦੋਂ ਨਹੀਂ ਮਿਲਦੀ, ਜਦੋਂ ਉਹਦੇ ਜਿਹੜੇ ਹੋਲ ਹੈ, ਜਿਹੜੇ ਬਰਨਰ ਦੇ ਜਿਹਦੇ ਉੱਪਰ ਸੁਰਾਖ ਦਿੱਤੇ ਹੋਲ ਪੂਰੇ ਤਰ੍ਹਾਂ ਚੱਲਦੇ ਨਹੀਂ ਹੋਣਗੇ, ਉਹਨਾਂ 'ਚ ਕੋਈ ਵੀ ਬੰਦ ਹੋਇਆ ਤਾਂ ਥੱਲੇ ਉਹਨੂੰ ਆਕਸੀਜਨ ਹਵਾ ਨਹੀਂ ਮਿਲਣੀ, ਤਾਂ ਉਹਨੂੰ ਆਪਾਂ ਨੂੰ ਸਾਫ਼ ਕਰਨਾ ਪਊਗਾ। ਏਅਰ ਹੋਲਸ ਆਰ ਬਲੌਕਡ ਐਂਡ ਇਨਕੰਪਲੀਟ ਕੰਬਸ਼ਨ ਆਫ ਫਿਊਲ ਇਜ਼ ਟੇਕਿੰਗ ਪਲੇਸ। ਤਾਂ ਇਹਦਾ ਆਪਸ਼ਨ ਬੀ ਆਪਸ਼ਨ ਜਿਹੜਾ ਆਨਸਰ ਸੀਗਾ। ਕੁਐਸਚਨ ਨੰਬਰ 134 ਕੀ, ਰਿਐਕਸ਼ਨ ਆਫ substance X with alcohol in the presence of acid as a catalyst product fruity smell X is।
कहता कि कोई सबसटेंस एक्स आ, दसना भी किहड़ा है, वो किहदे नाल रिएक्ट कीता अपने कोले अल्कोहल, अल्कोहल का जिवें अपने कोले इथाइल अल्कोहल ले लें CH3CH2OH इथाइल अल्कोहल हुंदी है इन दी प्रैजेंस ऑफ दस्या इन दी प्रैजेंस ऑफ एसिड, इत्थे सल्फ्यूरिक एसिड H2SO4, तो इत्थे अपने कोल फ्रूटी समैल वाला कोई कंपाउंड बनता। तो ये अपने को बहुत इंपॉर्टेंट रिएक्शन हैगा 10th क्लास की जो तुसी करते हो लास्ट वाला चैप्टर ऑर्गेनिक दे विच कार्बन के रूप, उस तो अगे जाके सल्फ्यूरिक एसिड, नाइट्रिक एसिड, सोडियम क्लोराइड ये आते हैं। और वो की होंगे कि इत्थे अपने को करी होंगे कार्बोक्सिलिक एसिड, यानी कि आप एस्टिक CH3COOH नूं जदों आपां रिएक्ट कराउने आ C2H इनू ऐ लिख लो तुसीं CH3CH2OH ये होगी तुहाडी अल्कोहल किहदी प्रैजेंस दे विच H2SO4 की प्रैजेंस दे विच। ठीक है, इन्हें की बनाना, इत्थों वाटर निकल जाना होंदा, एक हाइड्रोजन एक OH जिहड़ा निकल के ये बनाऊगा CH3COOC, फिर अगे H3 तो CH2 आ बनता नहीं पूरा, इत्थे लिखिया एडिट करना औखा है। तो ये अपने को ईस्टर्स बनते होंगे ने, इथाइल एसीटेट्स होंगे ने, तो ये कार्बोक्सिलिक एसिड जोड़ा आऊगा बी ऑप्शन है। ये रिएक्शन याद करना पैना, इसका कोई होर हल नहीं है। ठीक है, हाँ फ्रूटी स्मैल तो आइडिया हो जाता कि ईस्टर्स जोड़े बन गए। ठीक है, नैक्सट क्वेश्चन अपने को की है X135 की इफ वन न्यूट्रॉन इज एडेड टू द हीलियम न्यूक्लियस दैन द रिजल्ट इज, कहता कि जो हीलियम एटम होंगे एटॉमिक नंबर 2 वो आप एक न्यूट्रन ऐड करता, ना वो प्लस का ना माइनस का है, न्यूट्रल जोड़ा होंगे तो की होगा हीलियम लीथियम बन जूगा, या हीलियम हीलियम ही रहूगा, या हाइड्रोजन बन जूगा, या कार्बन बन जूगा। आपको ये पता कि चाहे इलैक्ट्रॉन का लैन देन हो जाए, एटम तो सेम ही रहना है, एटम तो हीलियम ही रहूगा। ठीक है, नैक्सट क्वेश्चन अपने को की है 136 की है इफ ए कॉइन ए फीदर एंड ए बाल आर ड्रॉप्ड फ्रॉम द टावर इन द वेकम दैन वट विल हैपन। ठीक है, कहता कि एक सिक्का एक खंभ तो एक बॉल तिन्ने आप टावर तो नीचे सिੱਟਣੇ आ, वैकम दे हवा है नहीं कि की होगा, कॉइन जो सब तो पहला पहुँचूगा ग्राउंड के उपर, जां जोड़ा खंभ सब तो पहला पहुँचूगा, जां बॉल सब तो पहला पहुँचूगी, जां सारे सेम टाइम पर पहुँचणगे। तो ये बहुत इंपॉर्टेंट एक्सपैरीमेंट सीगा, आई थिंक गलीलियो का एक्सपैरीमेंटल यूट्यूब के उपर जो तुसीं ये भरोगे ना आ एज इट इज़ भर दिओ किहड़ा पहला डिगदा, तो एक प्रैक्टिकल तुहानूं देखण च मिलदा है कि जो वेकम हुंदा है फ्रिक्शन हवा का फ्रिक्शन नहीं होंदा, तो सारे जिहड़े हुंदे आ सेम स्पीड दे नाल ही नीचे सेम टाइम ते ही नीचे पहुँचते हैं। ठीक है, क्योंकि उदों ग्रैविटी ने इकल्ले ने काम करना हुंदा, जिहड़ी रस्ते दे विच एयर हुंदी वो नहीं काम करती। ठीक है, नैक्सट क्वेश्चन 137 की है एंडेमिक स्पीसीज़ आर दोज, एंडेमिक होंदियां जिहड़ियां स्थानिक प्रजातियां होंदियां, किहड़ियां होंदियां फाउंड वाइडली अक्रॉस द वेरिएंट टेरियंस, कहता कि किसी तरह के कई खेतर जिहड़े इहो ਜਿਹੇ ਹੁੰਦੇ ਆ जिथे वो मतलब बहुत घੱਟ मिलते, ਜਿਹੜੇ ਉਹਨਾਂ ਨੂੰ ਆਪਾਂ बोलते इंडेंजर्ड स्पीसीज़ ਹੁੰਦੀਆਂ जिन्हां ਦੇ खत्म होने की ਜਿਹੜੀ खतरा आ, ਉਹਨਾਂ ਨੂੰ ਆਪਾਂ ਕੀ बोलते एपडिक एंडेमिक स्पीसीज़ बोलते हैं, ਜਾਂ ਆਪਣੇ ਕੋਲੇ ਕੀ ਹੁੰਦੀ ਹੈ एडवांस्ड फ्रॉम एवोल्यूशनरी पॉइंट ऑफ व्यू, ਜਾਂ ਜਿਹਨੂੰ ਆਪਾਂ ਕਹਿੰਦੇ ਕਿ ਜਿਹੜੇ ਜ਼ਿਆਦਾ ਵਿਕਸਿਤ ਹੁੰਦੇ ਆ ਡਿਵੈਲਪਡ ਹੁੰਦੇ ਆ, ਜਾਂ ਫਾਊਂਡ ਐਟ ਓਨਲੀ ਵਨ ਪਲੇਸ। ਤਾਂ ਜਿਵੇਂ ਇਹਦੇ ਨਾਂ ਤੋਂ ਕਲੀਅਰ ਹੈ ਐਂਡੇਮਿਕ ਹੈ ਨਾ, ਸਥਾਨਿਕ ਪ੍ਰਜਾਤੀਆਂ ਤਾਂ ਜਿਹੜੀਆਂ ਸਿਰਫ ਇੱਕ ਜਗ੍ਹਾ 'ਤੇ ਹੀ ਮਿਲਦੀਆਂ ਉਹਨੂੰ ਆਪਾਂ ਬੋਲਦੇ ਹਾਂ ਫਾਊਂਡ ਐਟ ਓਨਲੀ ਵਨ ਪਲੇਸ। ਨੈਕਸਟ ਕੁਐਸਚਨ 138 ਕੀ ਆਪਣੇ ਕੋਲ ਦਿੱਤਾ ਹੋਇਆ ਦਾ ਡੈਮੇਜ ਆਫ ਟੈਂਡਨ ਲੇਡਸ ਟੂ, ਜਿਹੜੀ ਆਪਣੀ ਬੋਡੀ ਦੇ ਵਿੱਚ ਜਿਹੜੀਆਂ ਆਪਣੀਆਂ ਬੋਨਸ ਹੁੰਦੀਆਂ ਉਹਨਾਂ ਦੇ ਬਾਰੇ ਟੈਂਡਨਸ ਹੁੰਦੇ, ਜੇ ਉਹ ਡੈਮੇਜ ਹੋ ਜਾਏ ਤਾਂ ਕੀ ਹੁੰਦਾ ਫ੍ਰੈਕਚਰ ਆਫ ਲਿੰਬ ਬੋਨਸ, ਤਾਂ ਬੋਨਸ ਦੀ ਫ੍ਰੈਕਚਰ ਹੋ ਜਾਂਦੀ ਹੈ, ਜਾਂ ਡਿਸਲੋਕੇਸ਼ਨ ਆਫ ਲਿੰਬ ਬੋਨਸ, ਤਾਂ ਇਹ ਜਿਹੜੀਆਂ ਆਪਣੀ ਜਗ੍ਹਾ ਤੋਂ ਹਿਲ ਜਾਂਦੀਆਂ ਅੰਗਾਂ ਦੀਆਂ ਹੱਡੀਆਂ ਜਿਹੜੀਆਂ ਆਪਣੀ ਜਗ੍ਹਾ ਤੋਂ ਹਟ ਜਾਂਦੀਆਂ, ਜਾਂ ਸ਼ਾਰਟਨਿੰਗ ਆਫ ਲਿੰਬ ਬੋਨਸ, ਜਾਂ ਕਹਿ ਲਓ ਕਿ ਅੰਗਾਂ ਦੀਆਂ ਹੱਡੀਆਂ ਛੋਟੀਆਂ ਹੋ ਜਾਂਦੀਆਂ, ਇਲਾਂਗੂਨੇਸ਼ਨ ਆਫ ਲਿੰਬ ਬੋਨਸ ਉਹ ਜਾਂ ਉਹ ਹੱਡੀਆਂ ਵੱਡੀਆਂ ਹੋ ਜਾਂਦੀਆਂ। ਤਾਂ ਇਹੋ ਜਿਹਾ ਕੁਛ ਨਹੀਂ ਹੁੰਦਾ ਜਾਂ ਤਾਂ ਫ੍ਰੈਕਚਰ ਹੁੰਦਾ ਜਾਂ ਉਹ ਆਪਣੀ ਜਗ੍ਹਾ ਤੋਂ ਹਿਲ ਜੂਗੀ, ਪੀ ਆਪਸ਼ਨ ਆਊਗੀ ਜਦੋਂ ਇਹ ਡੈਮੇਜ ਹੋ ਜੂਗਾ ਟੈਂਡਨਸ। ਨੈਕਸਟ ਕੁਐਸਚਨ ਕੀ ਆਪਣੇ ਕੋਲ 139 ਇਫ ਦਾ ਵੋਲਟ ਇਜ਼ ਡਬਲ ਇਨ ਦੀ ਓਮਸ ਲਾ ਸਰਕਟ ਵਟ ਇਜ਼ ਦਾ ਅਫੈਕਟ ਔਨ ਦਾ ਰਜਿਸਟੈਂਸ ਆਫ ਦਾ ਕਨੈਕਟਰ। ਕਹਿੰਦਾ ਕਿ ਓਮ ਲਾ ਦੇ ਅਕੋਰਡਿੰਗ ਕਹਿੰਦਾ ਜੇਕਰ ਆਪਾਂ ਵੋਲਟ ਡਬਲ ਕਰ ਦਈਏ ਤਾਂ ਉਹਦੇ ਰਜਿਸਟੈਂਸ 'ਤੇ ਕੀ ਫਰਕ ਪਏਗਾ। ਹੁਣ ਆਪਾਂ ਨੂੰ ਓਮ ਲਾ ਪਤਾ ਹੈ, ਓਮ ਲਾ ਹੁੰਦਾ ਕੀ ਹੈ ਵੋਲਟੇਜ ਡਾਇਰੈਕਟਲੀ ਪ੍ਰਪੋਰਸ਼ਨ ਟੂ ਕਰੰਟ, ਆ ਹੁੰਦਾ ਵੋਲਟੇਜ ਡਾਇਰੈਕਟਲੀ ਪ੍ਰਪੋਰਸ਼ਨ ਟੂ ਕਰੰਟ, ਵੀ ਡਾਇਰੈਕਟਲੀ ਪ੍ਰਪੋਰਸ਼ਨ ਟੂ ਆਈ, ਜਾਂ ਵੀ ਇਜ਼ ਇਕੁਅਲ ਟੂ ਆਈ ਆਰ ਆਪਾਂ ਐਂ ਲਿਖ ਲੈਂਦੇ ਹਾਂ ਨਾ। ਆਰ ਉੱਥੇ ਹਮੇਸ਼ਾ ਕੌਂਸਟੈਂਟ ਰਹਿੰਦਾ ਹੈ। ਠੀਕ ਹੈ, ਉਹਨੇ ਇਹ ਹੀ ਪੁੱਛਿਆ ਰਜਿਸਟੈਂਸ ਆਫ ਕਨੈਕਟਰ ਨੂੰ ਕੀ ਹੋ ਗਿਆ, ਕੌਂਸਟੈਂਟ ਆਫ ਪ੍ਰਪੋਰਸ਼ਨੈਲਿਟੀ ਲਿਆ ਸੀਗਾ, ਇਸ ਕਰਕੇ ਇਹਨੂੰ ਕੋਈ ਫਰਕ ਨਹੀਂ ਪੈਣਾ। ਰਜਿਸਟੈਂਸ ਜਿਹੜਾ ਉਹ ਇਟ ਵਿਲ ਬਿਕਮਸ ਡਬਲਡ, ਇਟ ਵਿਲ ਬਿਕਮਸ ਹਾਫ, ਇਟ ਰਿਮੇਨ ਸੇਮ,
ਔਰ ਇਟ ਬਿਕਮਸ 4 ਟਾਈਮਸ, ਤਾਂ ਇਹਦੇ ਵਿੱਚ ਕੀ ਬਣੂਗਾ, ਇਟ ਵਿਲ ਰਿਮੇਨਸ ਸੇਮ। ਠੀਕ ਹੈ, ਤਾਂ ਇਹਦੇ ਰਜਿਸਟੈਂਸ ਨੂੰ ਕੋਈ ਫਰਕ ਨਹੀਂ ਪਊਗਾ। ਠੀਕ ਹੈ, ਕਿਉਂਕਿ ਅਡੈਕਟਿਵ ਪ੍ਰੋਪੋਰਸ਼ਨ ਦੇ ਵਿੱਚ ਆ ਜਾਂਦਾ, ਕੌਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਆਉਂਦਾ। ਨੈਕਸਟ ਕੁਐਸਚਨ ਆਪਣੇ ਕੋਲ ਹੈਗਾ 140, ਵਿਚ ਆਫ ਦਾ ਫੋਲੋਇੰਗ ਕੈਨ ਬੀ ਐਕਸਪਲੇਨਡ ਬਾਈ ਇਨਰਸ਼ੀਆ ਆਫ ਮੋਸ਼ਨ। ਹੁਣ ਕਹਿੰਦਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਇਨਰਸ਼ੀਆ ਆਫ ਮੋਸ਼ਨ ਨੂੰ ਡਿਫਾਈਨ ਕਰਦਾ। ਰਿਮੂਵਿੰਗ ਡਸਟ ਫਰੋਮ ਦਾ ਕਾਰਪੇਟ ਬਾਈ ਹਿਟਿੰਗ ਵਿਦ ਸਟਿਕ, ਕਹਿੰਦਾ ਕਿ ਜਦੋਂ ਆਪਾਂ ਡੰਡੇ ਦੇ ਨਾਲ ਕਾਰਪੇਟ ਨੂੰ ਝਾੜਦੇ ਹਾਂ ਉਹਦੇ ਵਿੱਚ ਜਿਹੜੀ ਮਿੱਟੀ ਨਿਕਲਦੀ ਆ ਉਹ ਮੋਮੈਂਟਮ ਆਫ ਇਨਰਸ਼ੀਆ ਕਰਕੇ, ਇਨਰਸ਼ੀਆ ਆਫ ਮੋਸ਼ਨ ਕਰਕੇ ਨਿਕਲਦੀ ਹੈ। ਜਾਂ ਫਾਲਿੰਗ ਆਫ ਕੁਆਇਨਸ ਵੈਨ ਦਾ ਕਾਰਡ ਇਜ਼ ਫਲਿਕਡ ਕੁਇਕਲੀ, ਕਹਿੰਦੇ ਕਿ ਜਿਵੇਂ ਆਪਣੇ ਕੋਲ ਕੀ ਹੁੰਦਾ ਕਿ ਇੱਕ ਕਾਰਡ ਦੇ ਉੱਪਰ, ਇੱਕ ਪੱਤੇ ਦੇ ਉੱਪਰ, ਜਿਵੇਂ ਆਪਾਂ ਤਾਸ਼ ਦੇ ਪੱਤੇ ਨਹੀਂ ਹੁੰਦੇ, ਉਹਨੂੰ ਗਲਾਸ ਦੇ ਉੱਪਰ ਰੱਖ ਕੇ ਉਹਦੇ ਉੱਪਰ ਸਿੱਕਾ ਰੱਖੋ। ਠੀਕ ਹੈ, ਫਿਰ ਹੱਥ ਦੇ ਨਾਲ ਉਹਨੂੰ ਜ਼ੋਰ ਦੇ ਨਾਲ ਹਿੱਟ ਕਰੋ ਇਕੱਲੇ ਪੱਤੇ ਨੂੰ ਥੱਲੇ, ਜਿਹੜਾ ਕਾਰਡ ਹੁੰਦਾ ਤਾਂ ਕਾਰਡ ਥੱਲੇ ਨਿਕਲ ਜਾਏਗਾ, ਜਿਹੜਾ ਸਿੱਕਾ ਨੀਚੇ ਚਲੇ ਜਾਏਗਾ, ਉਹਨੂੰ ਬੋਲਦੇ ਫਲਿਕਡ ਕੁਇਕਲੀ ਕਰੀਏ ਤਾਂ ਜਿਹੜਾ ਕੁਆਇਨ ਨੀਚੇ ਡਿੱਗੇ, ਇਹ ਹੁੰਦਾ ਕਹਿੰਦਾ ਇਨਰਸ਼ੀਆ ਆਫ ਮੋਸ਼ਨ। ਸੀ ਆਪਸ਼ਨ ਹੈ ਕਿ ਫਾਲਿੰਗ ਔਨ ਜੰਪ ਫਰੋਮ ਮੂਵਿੰਗ ਬੱਸ, ਚੱਲਦੀ ਬੱਸ ਜੇ ਕੋਈ ਥੱਲੇ ਉਤਰਦਾ ਤਾਂ ਉਹਨੂੰ ਬੋਲਦੇ ਮੂਵਿੰਗ, ਜਿਹੜਾ ਆਪਣੇ ਕੋਲ ਇਨਰਸ਼ੀਆ ਮੋਸ਼ਨ। ਡੀ ਆਪਸ਼ਨ ਕੀ ਹੈ, ਫਾਲਿੰਗ ਬੈਕਵਰਡ ਵੈਨ ਬੱਸ ਸਟਾਰਟ, ਜਦੋਂ ਬੱਸ ਸਟਾਰਟ ਕਰਦੀ ਤਾਂ ਆਦਮੀ ਜਿਹੜੇ ਬੈਕ ਸਾਈਡ 'ਤੇ ਡਿੱਗਦੇ, ਆਪਾਂ ਇੱਕ ਵਾਰੀ ਪਿੱਛੇ ਨੂੰ ਹੁੰਦੇ ਆ। ਤਾਂ ਅਸਲ ਦੇ ਵਿੱਚ ਜੇ ਤੁਹਾਨੂੰ ਇਹ ਪਤਾ ਕਿ ਮੋਮੈਂਟਮ ਆਫ ਇਨਰਸ਼ੀਆ ਆਫ ਮੋਸ਼ਨ, ਇਨਰਸ਼ੀਆ ਮੋਸ਼ਨ ਦਾ ਮਤਲਬ ਇਹ ਹੈ ਵੀ ਜੇ ਇਨਰਸ਼ੀਆ ਦਾ ਮਤਲਬ ਹੁੰਦਾ ਜਿਹੜੀ ਸਥਿਤੀ ਦੇ ਵਿੱਚ, ਜਿਹੜੀ ਪੋਜੀਸ਼ਨ ਦੇ ਵਿੱਚ ਕੋਈ ਹੈਗਾ ਉਸ ਵਿੱਚ ਰਹਿਣ ਦੀ ਗੱਲ ਕਰਦਾ। ਅਤੇ ਇਨਰਸ਼ੀਆ ਮੋਸ਼ਨ ਦਾ ਮਤਲਬ ਜੇ ਕੋਈ ਬੋਡੀ ਮੋਸ਼ਨ ਦੇ ਵਿੱਚ ਸੀ ਤਾਂ ਉਹ ਇਹ ਕੋਸ਼ਿਸ਼ ਕਰੂਗੀ ਕਿ ਉਹ ਮੋਸ਼ਨ ਦੇ ਵਿੱਚ ਹੀ ਰਵੇ। ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਜਦੋਂ ਕੋਈ ਆਦਮੀ ਬੱਸ ਤੋਂ, ਚੱਲਦੀ ਬੱਸ ਤੋਂ ਉਤਰਦਾ ਤਾਂ ਉਦੋਂ ਮੂਵ ਕਰ ਰਿਹਾ ਹੁੰਦਾ, ਉਹਦੀ ਬੋਡੀ ਮੂਵ ਕਰਦੀ ਹੁੰਦੀ ਹੈ। ਜਦੋਂ ਧਰਤੀ 'ਤੇ ਆ ਜਾਂਦਾ ਤਾਂ ਉਦੋਂ ਉਹਦਾ ਜਿਹੜਾ ਨੀਚੇ ਵਾਲਾ ਪੋਰਸ਼ਨ ਆ ਉਹ ਰੈਸਟ 'ਤੇ ਆ ਜਾਂਦਾ, ਬਟ ਉੱਪਰ ਵਾਲਾ ਪੋਰਸ਼ਨ ਨੂੰ ਕੀ ਹੁੰਦਾ ਹੈ, ਉਹ ਮੋਸ਼ਨ ਦੇ ਵਿੱਚ ਹੁੰਦਾ। ਤਾਂ ਇਸ ਕਰਕੇ ਇਹਦੀ ਆਪਸ਼ਨ 140 ਦੀ ਕੀ ਆ ਜਾਏਗੀ, ਸੀ ਆਪਸ਼ਨ, ਮੋਮੈਂਟਮ ਆਫ ਇਨਰਸ਼ੀਆ ਫਾਲਿੰਗ ਫਰੋਮ ਔਨ ਦਾ ਜੰਪ ਫਰੋਮ ਮੂਵਿੰਗ ਬੱਸ। ਨੈਕਸਟ ਕੁਐਸਚਨ ਕੀ ਹੈ 141 ਕੀ ਹੈ, ਵਨ ਆਫ ਦਾ ਪ੍ਰਾਇਮਰੀ ਫੰਕਸ਼ਨ ਆਫ ਐਲੋਵੀਅਲ is to create the large surface area in the lungs which is needed energy store। ਅੱਛਾ, ਇਹ ਕੁਐਸਚਨ ਦਾ ਮਤਲਬ ਪਤਾ ਕੀ ਹੈ ਕਿ ਜਿਹੜੀ ਆਪਣੇ ਕੋਲ ਲੰਗਸ ਹੁੰਦੇ ਆ ਹੈ ਨਾ, ਇਹ ਅਸਲ ਦੇ ਵਿੱਚ ਜੇ ਤੁਸੀਂ ਖਾਸ ਤੌਰ 'ਤੇ ਜਿਹੜੇ ਕਫ ਸਿਰਪ ਹੁੰਦੇ ਆ, ਖੰਘ ਦੀ ਦਵਾਈ ਹੁੰਦੀ ਜੀ, ਉਹਨਾਂ ਉੱਪਰ ਲੰਗਸ ਜੇ ਬਣੇ ਹੁੰਦੇ ਇਸ ਤਰ੍ਹਾਂ ਇਹ ਕਰਕੇ ਲੰਗਸ ਬਣੇ ਹੁੰਦੇ ਨੇ, ਔਰ ਕਈਆਂ ਦੇ ਵਿੱਚ ਉਹਦੇ ਵਿੱਚ ਇਸ ਤਰ੍ਹਾਂ ਕਰਕੇ ਛੋਟੇ ਛੋਟੇ ਜਿਵੇਂ ਗ੍ਰੇਪਸ ਹੁੰਦੇ ਆ ਇਸ ਤਰ੍ਹਾਂ, ਇਹ ਐਲੋਵੈਲਸ ਹੁੰਦੇ ਆ। ਠੀਕ ਹੈ, ਇਸ ਤਰ੍ਹਾਂ ਇਹਦੇ ਵਿੱਚ ਵੀ ਬਣੇ ਹੁੰਦੇ, ਇਹਨੂੰ ਆਪਾਂ ਬੋਲਦੇ ਹਾਂ ਐਲੋਵੈਲਸ। ਇਹ ਕੀ, ਇਹਨਾਂ ਦਾ ਕੰਮ ਕੀ ਹੁੰਦਾ ਕਿ ਜਿਹੜੀ ਆਪਣੇ ਕੋਲੇ ਲੰਗਸ ਦੇ ਵਿੱਚ ਬਲੱਡ ਆਉਂਦਾ ਹੈ ਨਾ, ਜਿਹੜੀ ਆਕਸੀਜਨ ਵਾਲੀ ਜਿਹੜੀ ਬਲੱਡ ਹੁੰਦਾ ਉਹ ਭੇਜਣਾ, ਅਤੇ ਕਾਰਬਨ ਡਾਈਆਕਸਾਈਡ ਵਾਲੀ ਜਿਹੜੀ ਬਲੱਡ ਹੁੰਦਾ ਉਹ 'ਚੋਂ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣਾ। ਮਤਲਬ ਇਹ ਗੈਸ ਦਾ ਐਕਸਚੇਂਜ ਦਾ ਕੰਮ ਕਰਦਾ ਹੈ, ਆਕਸੀਜਨ ਨੂੰ ਬਲੱਡ ਦੇ ਵਿੱਚ ਔਰ ਕਾਰਬਨ ਡਾਈਆਕਸਾਈਡ ਨੂੰ ਬਲੱਡ ਤੋਂ ਬਾਹਰ। ਠੀਕ ਹੈ, ਤਾਂ ਇਹ ਜਿਹੜੀ ਗੈਸ ਐਕਸਚੇਂਜ ਹੁੰਦੀ ਹੈ ਉਹ ਜਿਹੜਾ ਕੰਮ ਹੁੰਦਾ ਐਲੋਵੈਲਸ। ਟੂ ਕ੍ਰੀਏਟ ਦਾ ਲਾਰਜ ਸਰਫੇਸ ਏਰੀਆ ਇਨ ਦੀ ਲੰਗਸ, ਉਹ ਲਾਰਜ ਸਰਫੇਸ ਏਰੀਆ ਹੁੰਦਾ, ਉਹ ਲਾਰਜ ਸਰਫੇਸ ਏਰੀਆ ਮਤਲਬ ਹੈਲਪ ਕਰਦੀ ਹੈ ਗੈਸ ਐਕਸਚੇਂਜ ਦੇ ਵਿੱਚ ਹੈ ਨਾ। ਅਤੇ ਜਿਹੜਾ ਲਾਰਜ ਸਰਫੇਸ ਏਰੀਆ ਹੁੰਦਾ ਉਹ ਕਿਸ ਕੰਮ ਲਈ ਆਉਂਦਾ ਆ, ਐਨਰਜੀ ਸਟੋਰ ਕਰਨ ਵਾਸਤੇ, ਰਿਮੂਵ ਦਾ ਟੌਕਸਿਨ ਫਰੋਮ ਦਾ ਬਲੱਡ ਦੇ ਵਿੱਚ ਟੌਕਸਿਨ ਰਿਮੂਵ ਕਰਨ ਵਾਸਤੇ, ਸੋ ਸਟੋਰ ਫਾਰ ਫਰਦਰ ਯੂਜ਼ ਆਕਸੀਜਨ ਨੂੰ ਸਟੋਰ ਕਰਨ ਵਾਸਤੇ, ਜਾਂ ਫਾਰ ਗੈਸ ਐਕਸਚੇਂਜ। ਤਾਂ ਡੀ ਆਪਸ਼ਨ ਜਿਹੜੀ ਇਹਦੀ ਆਏਗੀ 141 ਦੀ, ਫਾਰ ਦਾ ਗੈਸ ਐਕਸਚੇਂਜ। ਨੈਕਸਟ ਕੁਐਸਚਨ ਆਪਣੇ ਕੋਲ ਕੀ 142, ਦਾ ਰਿਮੂਵਲ ਆਫ ਕਟੀਕਲਸ ਫਰੋਮ ਦਾ ਲੀਫ ਆਫ ਦਾ ਪਲਾਂਟਸ ਵੁੱਡ ਮੋਸਟ ਲਾਈਕਲੀ ਰਿਜ਼ਲਟ ਇਜ਼ ਐਨ ਇਨਕਰੀਜ਼। ਤਾਂ ਕਹਿੰਦਾ ਕਿ ਕਿਸੇ ਪੌਦੇ ਦੀ ਕਹਿੰਦਾ ਕਟੀਕਲ, ਜਿਵੇਂ ਕਿ ਉੱਪਰਲੀ ਆਪਾਂ ਸਤ੍ਹਾ ਨੂੰ ਪੱਤੀ ਦੀ, ਪੌਦੇ ਦੀ ਲੀਫ ਦੀ ਗੱਲ ਕੀਤੀ ਹੋਈ ਨਾ, ਤਾਂ ਲੀਫ ਦੀ ਕਹਿੰਦਾ ਜੇ ਆਪਾਂ ਉੱਪਰਲੀ ਸਤ੍ਹਾ ਨੂੰ ਹਟਾ ਦਈਏ ਤਾਂ ਉਹਦੇ ਨਾਲ ਕੀ ਵੱਧੇਗਾ, ਸਰਫੇਸ ਏਰੀਆ ਵਧੂਗਾ, ਜਾਂ ਵਾਟਰ ਲੋਸ ਵਧੂਗਾ, ਜਾਂ ਫੂਡ ਪ੍ਰੋਡਕਸ਼ਨ ਉਹਦੀ ਵੱਧ ਜੂਗੀ, ਜਾਂ ਉਹਦੀ ਜਿਹੜੀਆਂ ਉੱਲੀ ਤੋਂ ਜਿਹੜਾ ਉਹਨੂੰ ਰਜਿਸਟੈਂਸ ਮਿਲ ਜੂਗਾ। ਤਾਂ ਜਦੋਂ ਉਹਦੀ ਆਪਾਂ ਇਹ ਕੰਮ ਕਰਾਂਗੇ ਨਾ, ਉਹਦਾ ਉੱਪਰ ਵਾਲਾ ਪਾਰਟ ਉੱਪਰ ਰਿਮੂਵ ਕਰ ਦਾਂਗੇ ਤਾਂ ਉਹਦਾ ਜਿਹੜਾ ਵਾਟਰ ਲੋਸ ਜਿਹੜਾ ਉਹ ਜ਼ਿਆਦਾ ਹੋਊਗਾ, ਵੈਪੋਰੇਸ਼ਨ ਜਿਹੜੀ ਉਹ ਵੈਪੋਰੇਸ਼ਨ ਨਹੀਂ ਉਹਨੂੰ ਬੋਲਦੇ ਹੁੰਦੇ ਆ, ਹੋਰ ਵਰਡ ਬੋਲਦੇ ਹੁੰਦੇ ਆ, ਪਾਣੀ ਦਾ ਜਿਹੜਾ ਲੋਸ ਹੋਊਗਾ ਜ਼ਿਆਦਾ ਹੋਊਗਾ। ਠੀਕ ਹੈ, ਜਿਹੜੀ ਇਨਵਾਇਰਨਮੈਂਟ ਦੇ ਵਿੱਚ, ਐਟਮੋਸਫੀਅਰ ਦੇ ਵਿੱਚ ਪਾਣੀ ਜਿਹੜਾ ਉਹ ਜ਼ਿਆਦਾ ਲੋਸ ਹੋਊਗਾ। ਨੈਕਸਟ ਕੁਐਸਚਨ 143 ਕੀ ਹੈ, ਦਾ ਫੂਡ ਕੇਨਸ ਆਰ ਕੋਟਡ ਵਿਦ ਟਿਨ ਐਂਡ ਨਾਟ ਵਿਦ ਦੀ ਜਿੰਕ। ਕਹਿੰਦੇ ਕਿ ਜਿਹੜੇ ਭੋਜਨ ਵਾਲੇ ਕੇਨ ਹੁੰਦੇ ਉਹਨੂੰ ਜਾਂ ਬਰਤਨ ਕਹਿ ਲਓ, ਉਹਨੂੰ ਕਲੀ ਨਾਲ ਲੇਪ ਦਿੱਤਾ ਜਾਂਦਾ, ਤਾਂ ਟਿਨ ਹੁੰਦੀ ਕਲੀ। ਠੀਕ ਹੈ, ਅਤੇ ਜਦ ਕਿ ਜਿੰਕ ਨਾਲ ਕਿਉਂ ਨਹੀਂ ਕਰਦੇ, ਤਾਂ ਆਪਣਾ ਕਹਿੰਦਾ ਕਿ ਪਹਿਲੀ ਆਪਸ਼ਨ ਹੈ ਕਿ ਜਿਹੜਾ ਟਿਨ ਆ ਜਿਹੜੀ ਕਲੀ ਉਹ ਸਸਤੀ ਪੈਂਦੀ ਆ। ਦੂਜੀ ਆਪਸ਼ਨ ਕੀ ਆ, ਉਹਦਾ ਮੈਲਟਿੰਗ ਪੁਆਇੰਟ ਟਿਨ ਦਾ ਜ਼ਿਆਦਾ ਹੁੰਦਾ, ਹੈਜ਼ ਮੈਲਟਿੰਗ ਪੁਆਇੰਟ ਦੈਨ ਟਿਨ, ਹਾਈ ਮੈਲਟਿੰਗ ਪੁਆਇੰਟ, ਜਿੰਕ ਦਾ ਮੈਲਟਿੰਗ ਪੁਆਇੰਟ ਜ਼ਿਆਦਾ ਹੁੰਦਾ ਟਿਨ ਦੇ ਨਾਲੋਂ। ਮੋਸਟ ਰਿਐਕਟਿਵ ਦੈਨ ਦਾ ਟਿਨ ਦੇ ਨਾਲੋਂ ਜ਼ਿਆਦਾ ਰਿਐਕਟਿਵ ਆ, ਲੈਸ ਰਿਐਕਟਿਵ ਦੈਨ ਦਾ ਟਿਨ। ਤਾਂ ਇਹ ਫਿਰ ਮੈਟਲ ਵਾਲੇ ਚੈਪਟਰ 'ਚੋਂ ਆ, ਜਿੰਕ ਜਿਹੜਾ ਹੁੰਦਾ ਉਹ ਜ਼ਿਆਦਾ ਰਿਐਕਟਿਵ ਹੁੰਦਾ ਆ ਐਜ਼ ਕੰਪੇਅਰ ਟੂ ਦਾ ਟਿਨ, ਕਾਲੀ ਦੇ ਨਾਲੋਂ। ਇਸ ਕਰਕੇ ਆਪਾਂ ਜਿੰਕ ਨੂੰ ਯੂਜ਼ ਨਹੀਂ ਕਰਦੇਗੇ, ਉਹ ਜਲਦੀ ਰਿਐਕਟ ਕਰ ਜੂਗਾ। ਆਪਾਂ ਯੂਜ਼ ਕਰਾਂਗੇ, ਆਪਾਂ ਕਿਹਨੂੰ ਯੂਜ਼ ਕਰਾਂਗੇ, ਟਿਨ ਨੂੰ ਕਰਾਂਗੇ। ਠੀਕ ਹੈ,
ਨੈਕਸਟ ਕੁਐਸਚਨ 144 ਕੀ ਹੈ? ਇਨ ਦੀ ਮਾਰਨਿੰਗ ਦਾ ਡਿਊ ਡ੍ਰੌਪਸ ਔਨ ਦ ਲੀਵਸ ਆਫ ਗ੍ਰਾਸ ਆਰ ਦਾ ਰਿਜ਼ਲਟ ਆਫ ਵਿਚ ਆਫ ਦ ਫੋਲੋਇੰਗ ਪ੍ਰੋਸੈਸ। ਕਹਿੰਦਾ ਕਿ ਮਾਰਨਿੰਗ ਟਾਈਮ ਕੀ ਹੁੰਦਾ, ਜਿਹੜੇ ਆਪਣੇ ਕੋਲੇ ਘਾਹ ਦੇ ਪੱਤਿਆਂ ਦੇ ਉੱਤੇ ਛੋਟੇ ਛੋਟੇ ਡ੍ਰੌਪਸ ਬਣੇ ਹੁੰਦੀਆਂ, ਬੂੰਦਾਂ ਬਣੀਆਂ ਹੁੰਦੀਆਂ ਤਰੇਲ ਦੀਆਂ, ਜਿਹਨੂੰ ਆਪਾਂ ਬੋਲਦੇ ਹਾਂ, ਕਾਹਦੇ ਕਰਕੇ ਹੁੰਦੀਆਂ? ਟਰਾਂਸਪੀਰੇਸ਼ਨਸ ਕਰਕੇ ਹੁੰਦੀਆਂ। ਜਿਹੜੇ ਪਲਾਂਟਸ, ਹਾਂ ਜਿਹੜਾ ਵਰਡ ਮੈਂ ਪਿੱਛੇ ਯਾਦ ਕਰੀ ਜਾਂਦਾ ਸੀ ਨਾ, ਜਿੱਥੇ ਵੈਪੋਰੇਸ਼ਨ ਕਿਹਾ ਸੀ ਉੱਥੇ ਟਰਾਂਸਪੀਰੇਸ਼ਨਸ ਆਊਗਾ। ਜਿਹੜੇ ਪੌਦਿਆਂ ਦੇ ਜਿਹੜੇ ਲੀਵਸ ਉੱਪਰ ਜਿਹੜਾ ਵਾਟਰ ਆ ਵੈਪੋਰੇਟ ਹੁੰਦਾ, ਵਾਟਰ ਜਿਹੜਾ ਨਿਕਲਦਾ ਹੈ ਨਾ। ਨੈਕਸਟ ਕੀ ਆਪਣੇ ਕੋਲ? ਵੈਪੋਰੇਸ਼ਨ ਵਰਡ ਆ ਗਿਆ, ਕੰਡੈਂਸੇਸ਼ਨ ਆ ਗਈ, ਗੋਟੇਸ਼ਨਸ ਆ ਗਿਆ, ਹੈ ਨਾ। ਤਾਂ ਆਪਣੇ ਕੋਲੇ ਕੀ ਹੈ ਇਹਦੇ ਵਿੱਚ ਆਪਸ਼ਨ ਆਏਗੀ ਕੰਡੈਂਸੇਸ਼ਨ, ਸੀ ਆਪਸ਼ਨ ਆਏਗੀ, ਠੀਕ ਹੈ। ਕੰਡੈਂਸ ਹੁੰਦਾ, ਜਿਹੜੇ ਐਟਮੋਸਫੀਅਰ ਦੇ ਵਿੱਚ ਵਾਟਰ ਹੁੰਦਾ ਉਹ ਕੰਡੈਂਸ ਹੋ ਕੇ ਉਹਦੇ ਡ੍ਰੌਪਲੇਟਸ ਜਿਹੜੇ ਉਹ ਬਣ ਜਾਂਦੇ ਆ। ਨੈਕਸਟ ਕੁਐਸਚਨ ਆਪਣੇ ਕੋਲੇ ਕੀ ਹੈ? 145 ਕੀ ਹੈ? ਇਨ ਏ ਡੈਕੋਰੇਟਿਵ ਲਾਈਟ ਆਲ ਦਾ ਬਲਬਸ ਆਰ ਕਨੈਕਟਡ ਇਨ ਦੀ ਸੀਰੀਜ਼ if one bulb is turned burns out which of the following what is the effect on the other bulbs। ਕਹਿੰਦਾ ਕਿ ਇੱਕ ਲੜੀਆਂ ਬਣੀਆਂ ਹੋਈਆਂ ਬਲਬਸ ਦੀਆਂ, ਜਿਵੇਂ ਆਪਾਂ ਪਹਿਲਾਂ ਡੈਕੋਰੇਟਿਵ ਲੜੀਆਂ ਬਣਾਉਣੇ ਹੁੰਦੇ ਆ, ਆਪਣੇ ਕੋਲੇ LED ਹੁਣ ਤਾਂ ਆ ਗਈਆਂ ਨਾ, ਪਹਿਲਾਂ ਹੁੰਦੀਆਂ ਸੀ ਛੋਟੇ ਛੋਟੇ ਬਲਬ ਜੋੜੇ ਹੁੰਦੇ ਸੀਗੇ, ਉਹ ਸੀਰੀਜ਼ ਦੇ ਵਿੱਚ ਜੋੜੇ ਹੁੰਦੇ ਆ। ਤਾਂ ਉਹਨਾਂ ਵਿੱਚ ਅਗਰ ਕਹਿੰਦੇ ਇੱਕ ਬਲਬ ਆਪਾਂ ਕੀ ਹੋ ਜੇ ਫਿਊਜ਼ ਹੋ ਜੇ ਤਾਂ ਦੂਜੇ ਬਲਬਾਂ 'ਤੇ ਕੀ ਅਸਰ ਪਊਗਾ? ਤਾਂ ਜਦੋਂ ਵੀ ਇਹ ਸੀਰੀਜ਼ ਦੇ ਵਿੱਚ ਜੁੜੇ ਹੁੰਦੇ, ਜਿਵੇਂ ਇੱਕ ਇੱਥੇ ਬਲਬ ਲੱਗਿਆ ਫਿਰ ਅੱਗੇ ਇੱਕ ਇੱਥੇ ਲੱਗਿਆ, ਹੈ ਨਾ, ਤਾਂ ਜਦੋਂ ਇੱਕ ਬਲਬ ਵੀ ਫਿਊਜ਼ ਹੋਊਗਾ ਤਾਂ ਸਰਕਟ ਬ੍ਰੇਕ ਹੋ ਜਾਊਗਾ, ਤਾਂ ਬਾਕੀ ਸਾਰੀ ਦੀ ਸਾਰੀ ਜਿਹੜੀ ਲੜੀ ਕਹਿ ਲਓ, ਜਿਹੜੀ ਬਾਕੀ ਸਾਰੀ ਦੀ ਸਾਰੀ ਆਪਣੇ ਕੋਲੇ ਬਣੀ ਹੋਈ ਹੈ, ਉਹ ਸਾਰੀ ਸਾਰੀ ਕੀ ਹੋ ਜਾਏਗੀ? ਬਰਨ ਹੋ ਜਾਏਗੀ, ਸਟਾਪ ਕਰ ਜੂਗੀ ਉਹ ਜਿਹੜੀ ਕੀ ਆ ਉਹ, ਜਿਵੇਂ ਕਹਿ ਦਾਂ ਕਿ ਆਪਾਂ ਉਹ ਦੂਜਾ ਨਹੀਂ ਕਰੂਗੀ, ਬੰਦ ਹੋ ਜੂਗੀ, ਉਹ ਕੰਮ ਨਹੀਂ ਕਰੂਗੀ। ਦ ਅਦਰ ਬਲਬਸ ਗਲੋ ਅਨਅਫੈਕਟਡ, ਕਹਿੰਦਾ ਦੂਜੇ ਬਲਬ ਅਨਅਫੈਕਟਡ ਹੀ ਗਲੋ ਕਰਦੇ ਰਹਿਣਗੇ। ਅਦਰ ਬਲਬਸ ਡੂ ਨਾਟ ਗਲੋ, ਦੂਜੇ ਬਲਬ ਗਲੋ ਨਹੀਂ ਕਰਨਗੇ। ਅਦਰ ਬਲਬਸ ਵਿਲ ਗਲੋ ਗ੍ਰੇਟਰ ਬਰਾਈਟਨੈਸ, ਉਹਨਾਂ ਦੀ ਬਰਾਈਟਨੈਸ ਵੱਧ ਜੂਗੀ। ਅਦਰ ਬਲਬ ਗਲੋ ਵਿਦ ਲੈਸ ਬਰਾਈਟਨੈਸ। ਤਾਂ ਇਹਦੇ ਵਿੱਚੋਂ ਆਊਗਾ ਬੀ ਆਪਸ਼ਨ 145 ਦੀ, ਕਿ ਅਦਰ ਬਲਬ ਡੂ ਨਾਟ ਗਲੋ ਐਟ ਆਲ। ਨੈਕਸਟ ਕੁਐਸਚਨ ਆਪਣੇ ਕੋਲ ਆ ਗਿਆ 146। ਇਹ ਕੁਐਸਚਨ ਆ ਗਿਆ ਤੁਹਾਡਾ ਪੈਡਾਗੋਗੀ ਦੇ ਵਿੱਚੋਂ, ਸਾਇੰਸ ਦੀ ਪੈਡਾਗੋਗੀ ਦੇ ਵਿੱਚੋਂ। in order to enable the student to acquire the science process skills which of the following teaching method a teacher should be use in the classroom। ਤਾਂ ਕਹਿੰਦਾ ਕਿ ਸਟੂਡੈਂਟ ਨੂੰ ਸਾਇੰਸ ਦੀ ਜਿਹੜਾ ਪੜ੍ਹਾਉਣ ਵਾਸਤੇ ਹੇਠ ਲਿਖਿਆਂ ਦੇ ਵਿੱਚ ਕਿਹੜਾ ਟੀਚਿੰਗ ਮੈਥਡ ਜਿਹੜਾ ਕਲਾਸਰੂਮ ਦੇ ਵਿੱਚ ਯੂਜ਼ ਕਰਨਾ ਚਾਹੀਦਾ ਹੈ? ਲੈਕਚਰ ਮੈਥਡ, ਡਿਸਕਸ਼ਨ ਮੈਥਡ, ਐਕਸਪੈਰੀਮੈਂਸ਼ਨ ਮੈਥਡ ਜਾਂ ਪ੍ਰੋਬਲਮ ਸੋਲਵਿੰਗ। ਤਾਂ ਇਹਦੇ ਵਿੱਚ ਉਹਨੇ ਇੱਕ ਵਰਡ ਦਿੱਤਾ ਸਾਇੰਸ ਪ੍ਰੋਸੈਸ ਸਕਿੱਲਸ ਆ ਗਿਆ। ਸਕਿੱਲ ਦੇ ਵਿੱਚ ਮੋਟਰ, ਸਾਈਕੋਮੋਟਰ ਚੀਜ਼ ਦੀ ਗੱਲ ਵੀ ਹੁੰਦੀ ਹੈ, ਐਕਟੀਵਿਟੀ ਦੀ ਗੱਲ ਵੀ ਹੁੰਦੀ ਤਾਂ ਐਕਸਪੈਰੀਮੈਂਟੇਸ਼ਨ ਆਊਗਾ 146 ਦਾ। ਅਤੇ ਇਹ ਕੁਐਸਚਨ ਵੀ ਰਿਪੀਟਡ ਆ ਪਿਛਲੇ 2018 ਦੇ ਪੇਪਰ ਦੇ ਵਿੱਚ, ਜਾਂ ਕਿਸੇ ਇੱਕ ਪੇਪਰ ਦੇ ਵਿੱਚ ਕੁਐਸਚਨ ਇਹ ਆਇਆ ਹੋਇਆ, ਰਿਪੀਟਡ ਕੁਐਸਚਨ ਹੈ, ਠੀਕ ਹੈ। ਨੈਕਸਟ ਕੁਐਸਚਨ ਕੀ ਆਪਣੇ ਕੋਲ 147 ਆ, ਦ ਇੰਡਕਟਿਵ ਅਪਰੋਚ ਇਨ ਟੀਚਿੰਗ ਦਾ ਆਫ ਦਾ ਸਾਇੰਸ ਬਿਗਿਨਸ ਫਰੋਮ ਜਰਨਲ ਲਾਜ਼, ਥਿਊਰੀਜ਼, ਫੈਕਟਸ, ਕਨਸੈਪਟ। ਕਹਿੰਦਾ ਕਿ ਜਿਹੜੀ ਇੰਡਕਟਿਵ ਅਪਰੋਚ ਹੁੰਦੀ ਹੈ, ਇੰਡਕਟਿਵ ਅਪਰੋਚ ਕਿਹੜੀ ਹੁੰਦੀ ਹੈ? ਜਿਹੜੀ ਹੁੰਦੀ ਹੈ ਜਰਨਲ ਟੂ ਸਪੈਸੀਫਿਕ, ਨਹੀਂ ਸਪੈਸੀਫਿਕ ਟੂ ਜਰਨਲ ਹੁੰਦੀ ਹੈ। ਜਰਨਲ ਟੂ ਸਪੈਸੀਫਿਕ ਤਾਂ ਡਿਟੈਕਟਿਵ ਹੁੰਦੀ ਹੈ ਨਾ। ਤਾਂ ਇੰਡਕਟਿਵ ਅਪਰੋਚ ਕੀ ਹੁੰਦੀ ਹੈ? ਸਪੈਸੀਫਿਕ ਇੱਕ ਆਪਾਂ ਪੁਆਇੰਟ ਨੂੰ ਲੈ ਕੇ ਉਹਨੂੰ ਅੱਗੇ ਆਪਾਂ ਜਰਨਲਾਈਜ਼ ਕਰ ਦਿੰਦੇ ਹਾਂ, ਤਾਂ ਉਹਨੂੰ ਆਪਾਂ ਬੋਲਦੇ ਹਾਂ ਇੰਡਕਟਿਵ ਅਪਰੋਚ। ਦਾ ਕਹਿਣ ਦਾ ਭਾਵ ਹੈ ਵੀ ਜਿਹੜੀ ਕਿਸ 'ਤੇ ਬੇਸਡ ਹੁੰਦੀ ਹੈ। ਤਾਂ ਆਪਾਂ ਇੱਕ ਦਾ ਫੈਕਟ ਲੈ ਲਾਂਗੇ ਵੀ ਇਸ ਫੈਕਟ 'ਤੇ ਕਿਸੇ ਇੱਕ ਰਿਜ਼ਲਟ ਨੂੰ ਪ੍ਰੂਵ ਕੀਤਾ, ਫਿਰ ਆਪਾਂ ਉਸੇ ਤਰ੍ਹਾਂ ਦੇ ਇੱਕ ਹੋਰ ਫੈਕਟ 'ਤੇ ਅਗਲੇ ਰਿਜ਼ਲਟ ਨੂੰ ਪ੍ਰੂਵ ਕੀਤਾ, ਤਾਂ ਹੌਲੀ ਹੌਲੀ ਕੀ ਹੋਊਗਾ? ਉਹ ਇੱਕ ਰੂਲ ਬਣ ਜੂਗਾ, ਜਰਨਲਾਈਜ਼ ਹੋ ਜੂਗਾ, ਫੈਕਟ ਬੇਸ 'ਤੇ ਹੋਊਗਾ। ਜਰਨਲ ਲਾਜ ਨਾ ਥਿਊਰੀ ਨਾ ਕਨਸੈਪਟ, ਇਕੱਲਾ ਫੈਕਟ 'ਤੇ ਹੋਊਗਾ, ਠੀਕ ਹੈ। ਕਿਉਂਕਿ ਸਾਇੰਸ ਜਿਹੜੀ ਹੁੰਦੀ ਹੈ ਉਹ ਅਸਲ 'ਚ ਫੈਕਟ 'ਤੇ ਬੇਸਡ ਹੀ ਹੁੰਦੀ ਹੈ। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ 148, ਇਹ ਕਨਸੈਪਟ ਮੈਪ। ਕਹਿੰਦਾ ਜਿਹੜਾ ਕਨਸੈਪਟ ਮੈਪ ਇਨ ਦੀ ਸਾਇੰਸ ਕੈਨ ਹੈਲਪ, ਜਿਹੜਾ ਕਨਸੈਪਟ ਮੈਪ ਹੁੰਦਾ ਇਹ ਸਾਇੰਸ ਦੇ ਵਿੱਚ ਕੀ ਹੈਲਪ ਕਰਦਾ? ਡਿਵੈਲਪ ਦਾ ਡਰਾਇੰਗ ਸਕਿੱਲ, ਇਹ ਡਰਾਇੰਗ ਸਕਿੱਲਸ ਨੂੰ ਡਿਵੈਲਪ ਕਰਨ 'ਚ ਹੈਲਪ ਕਰਦਾ ਹੈ, ਪੈਟਰਨ ਨੂੰ ਡਿਵੈਲਪ ਕਰਨ ਵਿੱਚ, ਜਾਂ ਡਾਇਗਨੋਸ ਦਾ ਮਿਸਕਨਸੈਪਸ਼ਨ ਜਾਂ ਕੰਪਿਊਟੇਸ਼ਨਲ ਸਕਿੱਲ। ਤਾਂ ਇਹ ਕਨਸੈਪਟ ਮੈਪ ਆਪਣੇ ਆਪ ਦੇ ਵਿੱਚ ਜਿਹੜੀਆਂ ਕਨਸੈਪਸ਼ਨਸ ਹੁੰਦੀਆਂ ਉਹਨਾਂ ਨੂੰ ਡਾਇਗਨੋਸ ਕਰਦਾ, ਠੀਕ ਹੈ। ਡਾਇਗਨੋਸ ਕਰਕੇ ਮਤਲਬ ਪਤਾ ਲਾਉਂਦਾ ਹੈ ਨਾ, ਉਹਨਾਂ ਦਾ ਡਾਇਗਨੋਸ ਕਰਨ ਦਾ ਮਤਲਬ ਹੁੰਦਾ ਜਿਵੇਂ ਆਪਾਂ ਬਿਮਾਰੀ ਨੂੰ ਡਾਇਗਨੋਸ ਕਰਨਾ ਹੋਵੇ, ਕਿਸੇ ਨੂੰ ਆਪਾਂ ਟੈਸਟ ਕਰਵਾ ਲੈਂਦੇ ਹਾਂ ਤਾਂ ਆਪਾਂ ਡਾਇਗਨੋਸ ਕਰਵਾਉਣੇ ਆ, ਹੈ ਨਾ। ਤਾਂ ਸੀ ਆਪਸ਼ਨ ਆਏਗੀ, ਜਿਹੜਾ ਕਿ ਮੈਪ ਕਨਸੈਪਟ ਮੈਪ ਹੁੰਦਾ ਜਿਹੜਾ ਉਹਨੂੰ ਡਾਇਗਨੋਸ ਕਰਨ ਦੇ ਵਿੱਚ ਹੈਲਪ ਕਰਦਾ, ਠੀਕ ਹੈ। ਕੁਐਸਚਨ ਨੰਬਰ 149 ਕੀ ਵਿਚ ਸਕਿੱਲ ਔਰ ਐਬਿਲਿਟੀ ਆਫ ਦਾ ਸਟੂਡੈਂਟ ਇਜ਼ ਬੈਸਟ ਅਸੈਸਡ। ਕਹਿੰਦਾ ਕਿ ਕਿਹੜੀ ਸਕਿੱਲ ਜਾਂ ਐਬਿਲਿਟੀ ਸਟੂਡੈਂਟ ਇਹ ਬੈਸਟ ਅਸੈਸ ਕਰ ਸਕਦੇ ਹਾਂ ਜੇਕਰ ਇਫ ਸ਼ੀ ਆਸਕ ਟੂ ਸੀ ਦਾ ਐਂਡ ਡਰਾ ਦਾ ਸਟਰਕਚਰ ਆਫ ਦਾ ਲੀਵ। ਜੇਕਰ ਆਪਾਂ ਕਹੀਏ ਕਿ ਤੂੰ ਆ ਪੱਤੇ ਨੂੰ ਦੇਖ ਤੇ ਦਾ ਸਟਰਕਚਰ ਡਰਾ ਕਰਤਾ। ਇਹ ਕੁਐਸਚਨ ਵੀ ਤੁਹਾਡਾ ਰਿਪੀਟਡ ਹੈ, ਪਹਿਲਾਂ ਵੀ ਆਇਆ ਹੋਇਆ। ਆਪਾਂ ਕੀ ਅਸੈਸ ਕਰਦੇ ਪਏ? ਪ੍ਰੈਡਿਕਸ਼ਨ ਕਰਦੇ ਪਏ, ਬੱਚੇ ਦੀ ਪ੍ਰੈਡਿਕਸ਼ਨ ਕਿਵੇਂ ਦਾ ਪ੍ਰੈਡਿਕਟ ਕਰਦਾ, ਅਬਜ਼ਰਵੇਸ਼ਨ ਕਰਦੇ ਪਏ ਆ, ਕ੍ਰੀਏਟਿਵਿਟੀ ਕਰਦੇ ਪਏ ਜਾਂ ਐਸਥੈਟਿਕ ਐਬਿਲਿਟੀ ਕਰਦੇ ਪਏ। ਤਾਂ ਬੀ ਆਪਸ਼ਨ ਆਏਗੀ, ਅਬਜ਼ਰਵੇਸ਼ਨ ਆਏਗਾ। ਤਾਂ ਕਿਵੇਂ ਦੀ ਉਹਦੀ ਅਬਜ਼ਰਵੇਸ਼ਨ ਹੈ, ਕਿਉਂਕਿ ਵੇਖ ਕੇ ਉਹਨੂੰ ਡਰਾ ਕਰਨਾ ਨਾ ਉਹਨੇ। ਨੈਕਸਟ ਕੁਐਸਚਨ ਲਾਸਟ ਆ 150,
ਵਨ ਆਫ ਦਾ ਆਬਜੈਕਟਿਵ ਆਫ ਸਾਇੰਸ ਟੀਚਿੰਗ ਇਜ਼, ਤਾਂ ਸਾਇੰਸ ਪੜ੍ਹਾਉਣ ਦਾ ਇੱਕ ਉਦੇਸ਼ ਇਹ ਵੀ ਹੈ ਨਰਚਰ ਆਫ ਨੈਚੁਰਲ ਕਰਿਓਸਿਟੀ ਆਫ ਦਾ ਸਟੂਡੈਂਟਸ ਨੂੰ ਕੁਦਰਤੀ ਜਿਹੜੀ ਪੋਸ਼ਣ ਕਰਨ ਦੀ ਉਤਸੁਕਤਾ ਵੀ ਤੁਸੀਂ ਆਪ ਦਾ ਜਿਹੜਾ ਪਾਲਣ ਪੋਸ਼ਣ ਕੁਦਰਤੀ ਤਰੀਕੇ ਨਾਲ ਕਰੋ, ਉਹਨੂੰ ਉਤਸ਼ਾਹਿਤ ਕਰਨ ਦਾ। ਟ੍ਰੇਨ ਦਾ ਸਟੂਡੈਂਟ ਇਨ ਦੀ ਰੀਡਿੰਗ ਐਂਡ ਰਾਈਟਿੰਗ, ਸਟੂਡੈਂਟ ਨੂੰ ਟ੍ਰੇਨ ਕਰਨਾ ਰੀਡਿੰਗ ਦੇ ਵਿੱਚ ਅਤੇ ਰਾਈਟਿੰਗ ਦੇ ਵਿੱਚ। ਬੂਸਟ ਅਪ ਦਾ ਮੈਮਰੀ, ਉਹਨਾਂ ਦੀ ਮੈਮਰੀ ਨੂੰ ਬੂਸਟ ਅਪ ਕਰਨਾ। ਇਨਹੈਂਸ ਦਾ ਫੈਂਟੈਸੀ, ਉਹਨਾਂ ਦੀ ਕਲਪਨਾ ਨੂੰ ਵਧਾਉਣਾ। ਤਾਂ ਆਪਾਂ ਦੇ ਵਿੱਚ ਇਹਨਾਂ ਵਨ ਆਫ ਦਾ ਸਾਰਾ ਆਬਜੈਕਟਿਵ ਨਹੀਂ, ਵਨ ਆਫ ਦਾ ਆਬਜੈਕਟਿਵ ਨੇ ਸਾਰਿਆਂ ਦੇ ਵਿੱਚੋਂ ਕਿਹੜਾ ਇੱਕ ਹੋਰ ਆਬਜੈਕਟ ਵੀ ਹੋ ਸਕਦਾ, ਉਦੇਸ਼ ਹੋ ਸਕਦਾ। ਤਾਂ ਇਹਨਾਂ ਸਾਰਿਆਂ ਦੇ ਆਪਸ਼ਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਬੈਸਟ ਆਪਸ਼ਨ ਇਹ ਆਊਗੀ, ਨਰਚਰ ਦਾ ਨੈਚੁਰਲ ਕਰਿਓਸਿਟੀ ਆਫ ਦਾ ਸਟੂਡੈਂਟ। ਤਾਂ ਇਹਦੇ ਨਾਲ ਬੇਟਾ ਤੁਹਾਡਾ ਕੁਐਸਚਨ 150 ਵੀ ਕੰਪਲੀਟ ਹੋ ਗਿਆ। ਇਹਦੇ ਨਾਲ ਜਿਹੜਾ ਤੁਹਾਡਾ PTET ਦਾ ਤੁਹਾਡਾ ਜਿਹੜਾ ਪੇਪਰ ਸੀਗਾ 2000 ਦਸੰਬਰ ਵਾਲਾ 13 ਦਾ ਪੇਪਰ ਜਿਹੜਾ ਉਹ ਕੰਪਲੀਟ ਹੋ ਗਿਆ। ਤਾਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਹੈ ਇਹ ਵੀਡੀਓ, ਅੱਜ ਵਾਲੀ ਵੀਡੀਓ ਕੀ ਹੋਊਗੀ, ਹੈਲਪਫੁਲ ਹੋਊਗੀ। ਤਾਂ ਵੀਡੀਓ ਨੂੰ ਕੰਪਲੀਟਲੀ ਦੇਖਿਆ ਕਰੋ। ਕੀ ਕਰਿਆ ਕਰੋ, ਕੁਐਸਚਨ ਜਦੋਂ ਪੇਪਰ ਦੇ ਵੀਡੀਓ ਦੇ ਵਿੱਚ ਦਿੱਤਾ ਹੁੰਦਾ, ਪਹਿਲਾਂ ਵੀਡੀਓ ਨੂੰ ਪੌਜ਼ ਕਰਕੇ ਕੁਐਸਚਨ ਨੂੰ ਰੀਡ ਕਰ ਲੈਣਾ, ਠੀਕ ਹੈ। ਉਹਦਾ ਆਨਸਰ ਤੁਸੀਂ ਆਪਣੇ ਆਪ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਫਿਰ ਜੇ ਆਨਸਰ ਤੁਹਾਡਾ ਫਿਰ ਉਹਨੂੰ ਵੀਡੀਓ ਨੂੰ ਜੋ ਤੁਸੀਂ ਫਿਰ ਪਲੇ ਕਰੋਗੇ ਔਰ ਤੁਹਾਨੂੰ ਉਹ ਕੁਐਸਚਨ ਨੂੰ ਐਕਸਪਲੇਨ ਕੀਤਾ ਹੋਊਗਾ, ਨਾਲ ਆਨਸਰ ਮਿਲਦਾ ਹੈ, ਤਾਂ ਫਿਰ ਦੇਖ ਲਓ ਕਿ ਤੁਹਾਡਾ ਜਿਹੜਾ ਆਨਸਰ ਮੈਚ ਕਰਦਾ ਕਿ ਨਹੀਂ। ਫਿਰ ਇਸੇ ਤਰ੍ਹਾਂ ਅਗਲਾ ਕੁਐਸਚਨ। ਤਾਂ ਇਸ ਤਰੀਕੇ ਦੇ ਨਾਲ ਥੋੜ੍ਹੀ ਰਿਵੀਜ਼ਨ ਆ ਜਿਹੜੀ ਤੁਸੀਂ ਨਾਲ ਦੀ ਨਾਲ ਤੁਹਾਡੀ ਜਿਹੜੀ ਹੋਰ ਟੌਪਿਕਸ ਦੀ ਵੀ ਹੁੰਦੀ ਜਾਊਗੀ। ਤਾਂ ਉਮੀਦ ਕਰਦਾ ਕਿ ਜਿਹੜੀ ਅੱਜ ਵਾਲੀ ਵੀਡੀਓ ਤੁਹਾਡੇ ਵਾਸਤੇ ਹੈਲਪਫੁਲ ਹੋਵੇਗੀ। ਤਾਂ ਤੁਹਾਨੂੰ ਇਸ ਤਰ੍ਹਾਂ ਦੇ ਹੋਰ ਪੇਪਰ ਵੀ ਦੇਖਣ ਵਾਸਤੇ ਇਸ PTET ਤੋਂ ਬਾਅਦ ਆਪਾਂ ਨੈੱਟ ਦੇ ਪੇਪਰ ਵੀ ਤੁਹਾਡੇ ਐਜੂਕੇਸ਼ਨ ਸਬਜੈਕਟਸ ਦੇ ਤਾਂ ਫਸਟ ਪੇਪਰ ਦੇ ਵੀ ਉਹ ਇਸ ਵੀਡੀਓ 'ਤੇ ਮਤਲਬ ਇਸ ਚੈਨਲ ਦੇ ਉੱਪਰ ਤੁਹਾਨੂੰ ਮਿਲਿਆ ਕਰਨਗੇ। ਤਾਂ ਅੱਜ ਲਈ ਬਸ ਇੰਨਾ ਹੀ, ਧੰਨਵਾਦ।